Sat Sri Akal ਸਾਰਿਆਂ ਨੂੰ. There's an old saying in English that the way to a man's heart is through his stomach. But in today's time, we will have to tweak this phrase a little as we understand the importance of being fit and being healthy. So in the new phrase, I suggest that we should add the food should be healthy, full of nutrition and minerals. So to understand the minerals and nutrition and the carbohydrate that we should intake every day, we're inviting our special guest today, which is Mr. Amrit Deol. He is a celebrity health nutritionist and been practicing from more than 6 years now. To name some of his assignment, he is currently working with Jordan Sandhu, Kaur B, Prem Dhillo, Jassa Patti, a lot of RJs and some HNIs. ਅਮਰਿਤ ਭਾਜੀ ਸਤਿ ਸ਼੍ਰੀ ਅਕਾਲ. ਸਤਿ ਸ਼੍ਰੀ ਅਕਾਲ ਐਂਡ ਥੈਂਕ ਯੂ ਸੋ ਮਚ ਸਾਡੇ ਸ਼ੋਅ ਤੇ ਆਉਣ ਲਈ. ਭਾਜੀ ਹਰ ਬੰਦੇ ਦੀ ਕੋਈ ਨਾ ਕੋਈ ਰੀਜ਼ਨ ਹੁੰਦਾ ਹੈ ਬਈ ਉਹ ਫਿਟਨੈਸ ਲਾਈਨ 'ਚ ਕਿਉਂ ਆਉਂਦਾ ਹੈ ਜਾਂ ਉਹ ਇਹ ਸਟੱਡੀ ਕਿਉਂ ਕਰਦਾ ਹੈ. ਤੁਸੀਂ ਆਪਣੀ ਸ਼ੁਰੂਆਤ ਬਾਰੇ ਦੱਸੋ ਕਿ ਤੁਹਾਡਾ ਕੀ ਰੀਜ਼ਨ ਸੀ. ਮੈਂ ਫਿਟਨੈਸ ਵੱਲ ਸ਼ੁਰੂ ਤੋਂ ਇਨਕਲਾਈਨ ਸੀਗਾ. ਮੈਂ ਜਿਹੜਾ ਜਿਮ ਸ਼ੁਰੂ ਕੀਤਾ ਸੀਗਾ 2005 ਸ਼ੁਰੂ ਕੀਤਾ ਸੀਗਾ ਤੇ ਉਦੋਂ ਤੋਂ ਹੀ ਮੈਨੂੰ ਇਹ ਸੀਗਾ ਕਿ ਮੈਨੂੰ ਹਮੇਸ਼ਾ ਕੁਝ ਨਾ ਕੁਝ ਸਿੱਖਣ ਦਾ ਹੁੰਦਾ ਸੀਗਾ ਕਿ ਮੈਂ ਕਿਸ ਤੋਂ ਕੀ ਸਿੱਖਦਾ. ਹਾਂਜੀ. ਤੇ ਹੌਲੀ ਹੌਲੀ ਮੈਂ ਵਿੱਕੀ ਸਿੰਘ ਹੈ ਮੇਰੇ ਕੋਚ ਜਿਹੜੇ ਸ਼ੁਰੂ ਤੋਂ ਉਹਨਾਂ ਨੇ ਮੈਨੂੰ ਟ੍ਰੇਨ ਕੀਤਾ, ਉਹਨਾਂ ਤੋਂ ਬਹੁਤ ਕੁਝ ਸਿੱਖਿਆ ਹੈ ਨਾ. ਤਾਂ ਮੈਨੂੰ ਇਹ ਹੁੰਦਾ ਸੀਗਾ ਕੋਈ ਵੀ ਮੈਨੂੰ ਚਾਹੇ ਉਹ ਫਿਜ਼ੀਓਥੈਰੇਪਿਸਟ ਹੈ ਚਾਹੇ ਡਾਕਟਰ ਹੈ ਉਹਨਾਂ ਤੋਂ ਮੈਂ ਹੈਲਥ ਜਾਂ ਫਿਟਨੈਸ ਰਿਲੇਟਿਡ ਕੀ ਸਿੱਖ ਸਕਦਾ. ਤਾਂ ਹੌਲੀ ਹੌਲੀ ਮੈਂ ਉਹਨਾਂ ਤੋਂ ਸਿੱਖਦਾ ਰਿਹਾ. ਫਿਰ ਜਦੋਂ ਮੇਰਾ ਇੰਟਰਸਟ ਬਣ ਗਿਆ ਤਾਂ ਮੈਂ ਇਹਦੇ ਰਿਲੇਟਿਡ ਆਪਣੀ ਸਟੱਡੀ ਅੱਗੇ ਪ੍ਰੋਸੀਡ ਕੀਤੀ. ਤੇ ਜਦ 2005 ਚ ਤੁਸੀਂ ਜਿਮ ਜੁਆਇਨ ਕੀਤਾ, ਹਾਂਜੀ, ਤਾਂ ਤੁਸੀਂ ਕਾਲਜ 'ਚ ਹੈਗੇ ਸੀ ਜਾਂ ਉਸ ਤੋਂ ਵੀ ਪਹਿਲੇ ਦੀ ਗੱਲ ਹੈਗੀ ਹੈ? ਉਦੋਂ ਮੈਂ ਸਕੂਲ 'ਚ ਸੀਗਾ. ਉਦੋਂ ਤੁਸੀਂ ਸਕੂਲ 'ਚ ਤੇ ਉਦੋਂ ਬਸ ਇਹ ਹੁੰਦਾ ਸੀਗਾ ਘਰੋਂ ਜਿਮ ਚਲੇ ਗਏ, ਜਿਮ ਤੋਂ ਘਰੇ ਆ ਕੇ ਨੋਰਮਲ ਖਾਣਾ ਪੀਣਾ ਖਾ ਲਿਆ, ਕਿਸੇ ਨੇ ਕੋਈ ਸਲਾਹ ਦਿੱਤੀ ਉੱਦਾਂ ਉਹਨੂੰ ਅਪਲਾਈ ਕਰ ਲਿਆ, ਬਟ ਨੌਲੇਜ ਬਿਲਕੁਲ ਨਹੀਂ ਸੀਗੀ. ਤੇ ਮੇਰਾ ਇਸ ਫੀਲਡ ਵਿੱਚ ਆਉਣ ਦਾ ਪਰਪਸ ਇਹੀ ਸੀਗਾ ਕਿ ਆਪਾਂ ਜਿੰਨੇ ਜਣਿਆਂ ਨੂੰ ਕੋਈ ਗੱਲ ਪੁੱਛਦੇ ਹਾਂ ਫਿਟਨੈਸ ਬਾਰੇ ਸਾਰਿਆਂ ਦਾ ਅਲੱਗ-ਅਲੱਗ ਜਵਾਬ ਹੁੰਦਾ. ਹਾਂਜੀ. ਤੇ ਬਹੁਤ ਜ਼ਿਆਦਾ ਇਹਦੇ ਵਿੱਚ ਫੀਲਡ ਵਿੱਚ ਬਹੁਤ ਮਿਥ ਹੈ ਜਿਹੜੇ ਫੋਲੋ ਕੀਤੇ ਜਾਂਦੇ ਆ. ਤਾਂ ਮੇਰੀ ਕੋਸ਼ਿਸ਼ ਇਹ ਸੀਗੀ, ਮੈਨੂੰ ਸ਼ੁਰੂ ਤੋਂ ਇਹ ਹੁੰਦਾ ਸੀਗਾ ਕਿ ਜਿੰਨੇ ਮਿਥ ਹੈ ਉਹਨਾਂ ਨੂੰ ਕੱਢਣਾ ਹੈ ਇਸ ਫੀਲਡ 'ਚੋਂ. ਤਾਂ ਮੇਰਾ ਜਿਹੜਾ ਸਭ ਤੋਂ ਵੱਡਾ ਪਰਪਸ ਸੀਗਾ ਉਹ ਇਹ ਸੀਗਾ ਇਸ ਲਾਈਨ 'ਚ ਆਉਣ ਦਾ. ਤੇ ਮੈਨੂੰ ਇਹ ਦੱਸੋ ਬਈ ਤੁਸੀਂ 2005 ਚ ਸਕੂਲ 'ਚ ਹੈਗੇ ਸੀ. ਹਾਂਜੀ. ਤੇ ਤੁਸੀਂ ਆਪਣੀ ਸਟੱਡੀ ਕੀ ਕਰੀ ਹੈ? ਤੁਸੀਂ ਮੈਡੀਸਿਨ ਪੜ੍ਹੀ ਹੈ ਜਾਂ ਮਤਲਬ ਕੀ ਕੀਤਾ ਤੁਸੀਂ? ਇਹ ਸਭ ਤੋਂ ਪਹਿਲਾਂ ਮੈਂ BBA ਕੀਤੀ, ਅੱਛਾ. ਫਿਰ MBA ਕੀਤੀ. ਉਹ ਤਾਂ ਭਾਜੀ ਟੈਕਨੀਕਲ ਹੋ ਗਈ. ਟੈਕਨੀਕਲ ਤਾਂ ਹੋ ਗਈ ਬਟ ਆਪਣੇ ਇੰਡੀਆ 'ਚ ਸਭ ਤੋਂ ਵੱਡੀ ਪ੍ਰੋਬਲਮ ਇਹ ਹੈਗੀ ਕਿ ਆਪਾਂ ਨੂੰ ਗਾਈਡ ਕਰਨ ਵਾਲਾ ਕੋਈ ਨਹੀਂ ਹੁੰਦਾ. ਮੈਨੂੰ ਜੋ ਠੀਕ ਲੱਗਦਾ ਸੀਗਾ ਕਿ ਪੇਰੈਂਟਸ ਨੇ ਧੱਕਾ ਦਿੱਤਾ ਤੁਹਾਨੂੰ? ਨਹੀਂ, ਪੇਰੈਂਟਸ ਦਾ ਪ੍ਰੈਸ਼ਰ ਕਦੇ ਨਹੀਂ ਸੀਗਾ. ਮੇਰਾ ਆਪਦਾ ਮਨ ਸੀਗਾ ਕਿ ਬਿਜ਼ਨਸ ਫੈਮਿਲੀ ਨੂੰ ਬਿਲੋਂਗ ਕਰਦੇ ਆ, MBA ਕਰਾਂਗੇ, ਉਸ ਤੋਂ ਬਾਅਦ ਆਪਣਾ ਬਿਜ਼ਨਸ ਕਰਾਂਗੇ. ਓਕੇ. ਬਟ ਆਫਟਰ ਮਾਈ MBA ਆਈ ਡਿਡ ਮਾਸ ਕਮਿਊਨੀਕੇਸ਼ਨ ਫਰੋਮ ਪੰਜਾਬ ਯੂਨੀਵਰਸਿਟੀ. ਫਿਰ ਥੋੜ੍ਹੇ ਸਾਲ ਮੈਂ ਆਪਣਾ ਫੈਮਿਲੀ ਬਿਜ਼ਨਸ ਦੇਖਿਆ ਤੇ ਉਸ ਤੋਂ ਬਾਅਦ ਮੇਰੀ ਐਡਮਿਸ਼ਨ NIS ਪਟਿਆਲਾ 'ਚ ਹੋ ਗਈ ਸੀਗੀ. ਓਕੇ. ਫॉर ਸਪੋਰਟਸ ਨਿਊਟ੍ਰੀਸ਼ਨ ਕੋਰਸ. ਤੇ ਉਹ ਮੈਂ ਕੋਰਸ ਕੀਤਾ. ਉਸ ਤੋਂ ਬਾਅਦ ਮੈਂ IGNOU ਤੋਂ ਕੋਰਸਿਸ ਕੀਤੇ. ਫਿਰ ਮੈਂ ਨਾਲ ਆਪਣੀ ਗ੍ਰੈਜੂਏਸ਼ਨ ਕੀਤੀ, ਇਹਦੇ ਵਿੱਚ ਆਪਣਾ BSc ਇਨ ਡਾਇਟਿਕਸ ਐਂਡ ਨਿਊਟ੍ਰੀਸ਼ਨ ਕੀਤੀ ਤੇ ਉਸ ਤੋਂ ਬਾਅਦ ਫਿਰ ਮੈਂ ਇਹ ਫੀਲਡ 'ਚ ਆਇਆ. ਅੱਛਾ. ਤੇ ਇਹ ਕਿਹੜੇ ਈਅਰ ਦੀ ਗੱਲ ਹੈ ਭਾਜੀ? ਇਹ ਹੈਗੀ ਹੈ 2017-18 ਦੀ. 17-18. ਹਾਂਜੀ. ਤੇ ਤੁਸੀਂ ਫੁੱਲ ਫਲੈਸ਼ ਫਿਰ ਸ਼ੁਰੂ ਕਰਤਾ? ਹਾਂਜੀ, ਫਿਰ ਮੈਂ ਫੁੱਲ ਫਲੈਸ਼ ਸ਼ੁਰੂ ਕਰਤਾ ਸੀਗਾ. ਉਹ ਸ਼ੁਰੂਆਤ ਕਿੱਦਾਂ ਹੋਈ? ਸ਼ੁਰੂਆਤ ਕੀ ਹੋਈ, ਜਦੋਂ ਮੈਂ NIS ਪਟਿਆਲਾ ਤੋਂ ਕੋਰਸ ਕੀਤਾ. ਹਾਂਜੀ. ਉਸ ਤੋਂ ਬਾਅਦ ਨਾ ਮੈਨੂੰ ਇਹ ਸੀਗਾ ਕਿ ਜਿੰਨਾ ਮੈਂ ਉੱਥੋਂ ਸਿੱਖਿਆ ਮੈਂ ਆਪਣੇ ਆਪ 'ਤੇ ਅਪਲਾਈ ਕਰਨਾ ਸ਼ੁਰੂ ਕਰਤਾ. ਉਸ ਤੋਂ ਬਾਅਦ ਨਾ 2017 ਵਿੱਚ ਮੇਰੇ ਮਦਰ ਨੂੰ ਐਜ਼ ਅ ਪ੍ਰੀ ਡਾਇਬਟਿਕ ਡਾਇਗਨੋਸ ਹੋ ਗਈ ਸੀਗੀ. ਓਕੇ. ਤਾਂ ਮੈਨੂੰ ਡਾਕਟਰ ਨੇ ਕਿਹਾ ਕਿ ਤੁਹਾਡੇ ਕੋਲ 3 ਮਹੀਨੇ ਆ, ਜਾਂ ਤਾਂ ਉਹਨਾਂ ਨੂੰ ਪਤਾ ਸੀਗਾ, ਡਾਕਟਰ ਮੇਰੇ ਬਹੁਤ ਅੱਛੇ ਫਰੈਂਡ ਨੇ, ਉਹਨਾਂ ਨੂੰ ਇਹ ਪਤਾ ਸੀਗਾ ਕਿ ਇਹਨੇ ਕੋਰਸ ਵੀ ਕੀਤਾ ਹੋਇਆ, ਇਹਨੂੰ ਇੰਟਰਸਟ ਵੀ ਹੈਗਾ ਇਸ ਲਾਈਨ 'ਚ. ਉਹਨਾਂ ਨੇ ਮੈਨੂੰ ਇਹ ਕਹਿਤਾ ਸੀ ਕਿ 3 ਮਹੀਨੇ 'ਚ ਜੇ ਤਾਂ ਤੁਸੀਂ ਆਪਣੀ ਮਦਰ ਦੀ ਪ੍ਰੀ ਡਾਇਬਟਿਸ ਰਿਵਰਸ ਕਰਤੀ ਤਾਂ ਠੀਕ ਹੈ, ਨਹੀਂ ਮੈਂ ਇਹਨਾਂ ਦੀ ਟੇਬਲੇਟ ਸ਼ੁਰੂ ਕਰ ਦੇਣੀ. ਬਟ ਰੱਬ ਦੀ ਐਡੀ ਵੱਡੀ ਮਿਹਰ ਰਹੀ ਤੇ ਮੈਂ ਉਹਨਾਂ 'ਤੇ ਕੰਮ ਕੀਤਾ. ਅੱਜ ਆਲਮੋਸਟ 7 ਇਅਰਸ ਹੋ ਗਏ, 6 to 7 ਇਅਰਸ ਹੋ ਗਏ ਉਹਨਾਂ ਦੀ ਮੈਂ ਟੇਬਲੇਟ ਨਹੀਂ ਸ਼ੁਰੂ ਹੋਣ ਦਿੱਤੀ ਹੁਣ ਤੱਕ. ਅੱਛਾ. ਹਾਂਜੀ. ਵਿਦਆਊਟ ਟੈਬਲੇਟ ਚੱਲ ਰਹੇ? ਵਿਦਆਊਟ ਟੈਬਲੇਟ ਚੱਲ ਰਹੇ ਆ ਤੇ ਉਹਨਾਂ ਦੀ ਜਿਹੜੀ ਡਾਇਬਟੀਜ਼ ਦੀ ਰੇਂਜ ਆ ਉਹ ਨਾਰਮਲ ਆਉਂਦੀ ਆ, ਉਹ ਕਦੇ ਉਸ ਤੋਂ ਬਾਅਦ ਉੱਤੇ ਨਹੀਂ ਗਈ. ਉਹਨਾਂ ਨੂੰ ਮੈਂ ਇੱਦਾਂ ਦੇ ਡਾਈਟ ਦਾ ਉਹਨਾਂ ਦਾ ਪੈਟਰਨ ਸੈੱਟ ਕੀਤਾ,
ਮਿੱਠਾ ਉਹ ਖਾ ਲੈਂਦੇ ਕਦੇ ਕਦੇ, ਬਟ ਹਲੇ ਵੀ ਉਹ ਰੇਂਜ ਵਿੱਚ ਰਹਿੰਦਾ। ਅੱਛਾ। ਤੇ ਉਸ ਤੋਂ ਬਾਅਦ ਫਿਰ ਮੈਨੂੰ ਲੱਗਿਆ ਕਿ ਜੇ ਮੈਂ ਆਪਣੀ ਮਮ ਦਾ ਇੰਨਾ ਸੈੱਟ ਕਰ ਸਕਦਾ, ਤਾਂ ਹੁਣ ਅੱਜ ਦੇ ਟਾਈਮ 'ਚ ਕੀ ਹੁੰਦਾ ਹੈ, ਆਪਾਂ ਕਿਤੇ ਵੀ ਜਾਂਦੇ ਆ, ਜਦੋਂ ਪ੍ਰੀ ਡਾਇਬਟਿਕ ਆਪਾਂ ਨੂੰ ਡਿਕਲੇਅਰ ਕਰ ਦਿੱਤਾ ਜਾਂਦਾ, ਨਾਲ ਦੀ ਨਾਲ ਟੇਬਲੇਟ ਸ਼ੁਰੂ ਹੋ ਜਾਂਦੀ ਹੈ। ਤਾਂ ਮੇਰੀ ਕੋਸ਼ਿਸ਼ ਇਹ ਹੁੰਦੀ ਹੈ, ਸਾਰਿਆਂ ਨੂੰ ਮੈਂ ਇਹ ਕਹਿਣਾ ਕਿ ਟੇਬਲੇਟ ਸ਼ੁਰੂ ਹੋਣ ਤੋਂ ਪਹਿਲਾਂ ਜੇ ਤੁਸੀਂ ਮੇਰੇ ਕੋਲ ਆ ਜਾਓ, ਮੈਂ ਟੇਬਲੇਟ ਕੋਈ ਵੀ ਨਹੀਂ ਸ਼ੁਰੂ ਹੋਣ ਦਊਂਗਾ, ਚਾਹੇ ਉਹ ਡਾਇਬਟੀਜ਼ ਦੀ ਹੋਗੀ, ਚਾਹੇ ਹਾਈਪਰਟੈਂਸ਼ਨ। ਤੇ ਮੇਰੇ ਖਿਆਲ ਤੁਹਾਡਾ ਰੀਜ਼ਨ ਤੁਹਾਡੀ ਮਦਰ ਰਹੀ ਇਸ ਹਾਂਜੀ। ਫੀਲਡ 'ਚ ਆਉਣ ਦੇ ਲਈ, ਉਹੀਓ ਰੀਜ਼ਨ ਮੈਂ ਲੱਭ ਰਿਹਾ। ਹਾਂਜੀ, ਉਹਨਾਂ ਕਰਕੇ ਹੀ ਮੈਂ ਫਿਰ ਇਹ ਫੀਲਡ 'ਚ, ਬਿਕੋਜ਼ ਜੇ ਮੈਂ ਇੱਕ ਜਣੇ ਦਾ ਫਾਇਦਾ ਕਰ ਸਕਦਾ, ਤਾਂ ਮੈਨੂੰ ਇਹ ਕਿ ਦੇਰ ਆਰ ਮਿਲੀਅਨਸ ਆਫ ਪੀਪਲ ਹੂ ਆਰ ਫਾਈਟਿੰਗ ਦਿਸ ਡਿਜ਼ੀਜ਼। ਤੇ ਆਪਾਂ ਨੂੰ ਹਮੇਸ਼ਾ ਬਹਾਨਾ ਦਿੱਤਾ ਜਾਂਦਾ ਕਿ ਸਾਡੇ ਮੇਰੇ ਪੈਟਰਨਲ ਫੈਮਿਲੀ ਹੋ ਗਈ, ਮੈਟਰਨਲ ਫੈਮਿਲੀ ਹੋ ਗਈ, ਦੇ ਆਰ ਫੁੱਲ ਆਫ ਡਾਇਬਟੀਜ਼। ਤਾਂ ਮੈਂ ਨਹੀਂ ਚਾਹੁੰਦਾ ਸੀਗਾ ਕਿ ਉਹ ਚੀਜ਼ ਅੱਗੇ ਕੰਟੀਨਿਊ ਹੋਵੇ, ਇਸ ਕਰਕੇ ਇੱਕ ਤਾਂ ਉਹ ਰੀਜ਼ਨ ਸੀਗਾ। ਦੂਜਾ ਸੀਗਾ ਕਿ ਘੱਟੋ ਘੱਟ ਮੈਂ ਕਿੰਨੇ ਕੁ ਲੋਕਾਂ ਦਾ ਮੈਂ ਫਾਇਦਾ ਕਰ ਸਕਦਾ, ਕਿਉਂਕਿ ਇੱਕ ਵਾਰੀ ਟੇਬਲੇਟ ਲਾ ਕੇ ਸਾਰੀ ਉਮਰ ਉਹ ਟੇਬਲੇਟ ਖਾਣੀ ਪੈਂਦੀ। ਹਾਂਜੀ। ਤਾਂ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਜਿਹੜੇ ਮੇਰੇ ਕੋਲ ਆ ਜਾਣਗੇ ਉਹਨਾਂ ਦੀ ਮੈਂ ਟੇਬਲੇਟ ਨਹੀਂ ਸ਼ੁਰੂ ਹੋਣ ਦਊਂਗਾ, ਜੇ ਪ੍ਰੀ ਡਾਇਬਟਿਕ ਰੇਂਜ ਹੋਣ। ਓਕੇ। ਹਾਂਜੀ ਭਾਜੀ, ਹੁਣੇ ਤੁਸੀਂ ਦੱਸ ਰਹੇ ਸੀ ਕਿ ਤੁਹਾਡੇ ਕੋਚ ਰਹੇ ਵਿੱਕੀ ਭਾਜੀ। ਹਾਂਜੀ। ਤੇ ਥੋੜਾ ਜਿਹਾ ਉਹਨਾਂ ਦੇ ਬਾਰੇ ਦੱਸੋ, ਕਿੱਦਾਂ ਦਾ ਰਿਲੇਸ਼ਨਸ਼ਿਪ ਹੈਗਾ ਤੁਹਾਡੇ ਉਹਨਾਂ ਦੇ ਨਾਲ? ਵਿੱਕੀ ਸਿੰਘ ਨੂੰ ਮੈਂ 2014-15 'ਚ ਮਿਲਿਆ ਸੀਗਾ। ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਆਈ ਵਾਸ ਆਲਵੇਜ਼ ਈਗਰ ਟੂ ਲਰਨ, ਹੈ ਨਾ। ਤਾਂ ਉਹ ਮੇਰੇ ਵਾਸਤੇ ਇੱਕ ਬਹੁਤ ਵੱਡੀ ਓਪਰਚੁਨਿਟੀ ਸੀਗੀ ਕਿ ਜਿੰਨੀ ਕੁ ਮੈਂ ਨੌਲੇਜ ਉਹਨਾਂ ਤੋਂ ਗ੍ਰੈਬ ਕਰ ਸਕਦਾ ਤਾਂ ਮੈਂ ਕਰਾਂ, ਉਹਨਾਂ ਤੋਂ ਸਿੱਖਾਂ। ਤੇ ਹੌਲੀ ਹੌਲੀ ਅਸੀਂ ਬਹੁਤ ਅੱਛੇ ਫਰੈਂਡ ਬਣ ਗਏ। ਉਹਨਾਂ ਤੋਂ ਆਪਣੇ ਕਰੀਅਰ 'ਚ ਮੈਂ ਬਹੁਤ ਕੁਝ ਸਿੱਖਿਆ, ਬਹੁਤ ਮੋਟੀਵੇਸ਼ਨ ਮਿਲੀ ਕਿ ਆਪਣਾ ਪੰਜਾਬੀ ਮੁੰਡਾ ਜਿਹੜਾ ਪੰਜਾਬ ਤੋਂ ਬਿਲੋਂਗ ਕਰਦਾ, US ਵਿੱਚ ਬਹਿ ਕੇ ਬਹੁਤ ਨਾਮ ਕਮਾਇਆ ਉਹਨਾਂ ਨੇ। ਤਾਂ ਅੱਜ ਵੀ ਮੈਨੂੰ ਜੇ ਕੋਈ ਪ੍ਰੋਬਲਮ ਆਉਂਦੀ ਹੈ, ਕਿਤੇ ਕੋਈ ਚੀਜ਼ ਨਹੀਂ ਪਤਾ ਲੱਗਦੀ ਜਾਂ ਕੋਈ, ਬਿਕੋਜ਼ ਹੈਲਥ ਇੱਦਾਂ ਦੀ ਚੀਜ਼ ਹੈ ਕਿ ਤੁਹਾਨੂੰ ਹਮੇਸ਼ਾ ਨਵੀਆਂ ਟਰਮਸ ਜਾਂ ਨਵੀਆਂ ਚੀਜ਼ਾਂ ਨਾਲ ਐਕਸਪੈਰੀਮੈਂਟ ਕਰਨੇ ਪੈਂਦੇ ਜਾਂ ਨਵਾਂ ਸਿੱਖਣਾ ਪੈਂਦਾ। ਤਾਂ ਜਿੱਥੇ ਵੀ ਮੈਨੂੰ ਪ੍ਰੋਬਲਮ ਆਉਂਦੀ ਹੈ, ਅੱਜ ਵੀ ਮੈਂ ਉਹਨਾਂ ਨੂੰ ਕਾਲ ਕਰਕੇ ਪੁੱਛਦਾ ਕਿ ਦਿਸ ਇਜ਼ ਦਾ ਇਨਫੋਰਮੇਸ਼ਨ ਆਈ ਨੀਡ ਫਰੋਮ ਯੂ, ਤੇ ਉਹ ਮੈਨੂੰ ਹਮੇਸ਼ਾ ਨਾਲ ਦੀ ਨਾਲ ਉਹਦਾ ਸੋਲੂਸ਼ਨ ਕੋਈ ਨਾ ਕੋਈ ਦੇ ਦਿੰਦੇ। ਬਟ ਮਿਲੇ ਕਿੱਦਾਂ ਸੀ ਤੁਸੀਂ ਉਹਨਾਂ ਨੂੰ, ਕਿੱਥੇ ਮਿਲੇ ਸੀ? ਮੇਰਾ ਜਿਹੜਾ ਵਿੱਕੀ ਸਿੰਘ ਨਾਲ ਕੰਟੈਕਟ ਹੋਇਆ ਸੀਗਾ, ਪਹਿਲੀ ਵਾਰੀ ਫੋਨ ਤੇ ਹੋਇਆ ਸੀਗਾ। ਅੱਛਾ। ਸਾਡੇ ਕੋਈ ਮਿਊਚੁਅਲ ਫਰੈਂਡ ਸੀਗੇ, ਉਹਨਾਂ ਨੇ ਵਿੱਕੀ ਸਿੰਘ ਨਾਲ ਮੇਰਾ ਕੰਟੈਕਟ ਕਰਾਇਆ, ਕਿਉਂਕਿ ਮੈਨੂੰ ਫਿਟਨੈਸ ਦਾ ਬਹੁਤ ਸ਼ੌਂਕ ਸੀਗਾ ਤੇ ਜਿੰਨਿਆਂ ਨੂੰ ਪੁੱਛਦਾ ਸੀਗਾ ਸਾਰੇ ਮਿਸਡਾਇਰੈਕਟ ਕਰਦੇ ਸੀਗੇ, ਠੀਕ ਹੈ। ਤਾਂ ਪਹਿਲੀ ਵਾਰੀ ਫੋਨ ਤੇ ਗੱਲ ਹੋਈ ਸੀ, ਮੈਂ ਉਹਨਾਂ ਨੂੰ ਦੱਸਿਆ ਕਿ ਮੈਨੂੰ ਇੱਦਾਂ ਫਿਟਨੈਸ ਜਰਨੀ ਅੱਗੇ ਪ੍ਰੋਸੀਡ ਕਰਨੀ ਹੈ, ਤਾਂ ਮੈਨੂੰ ਮੇਰੀ ਹੈਲਪ ਕਰੋ। ਤਾਂ ਉਹਨਾਂ ਨੇ ਮੇਰੀ ਉਦੋਂ ਹੈਲਪ ਕੀਤੀ ਸੀਗੀ, ਫਿਰ ਮੇਰੀ ਟਰਾਂਸਫੋਰਮੇਸ਼ਨ ਕੀਤੀ ਸੀਗੀ, ਤਾਂ ਬਹੁਤ ਵਧੀਆ ਰਿਜ਼ਲਟ ਵੀ ਆਏ ਸੀਗੇ। ਤੇ ਉਹਨਾਂ ਨੇ ਮੈਨੂੰ, ਵਿੱਕੀ ਸਿੰਘ ਨੇ ਸਿਖਾਇਆ ਸੀਗਾ ਕਿ ਬਹੁਤ ਸਿੰਪਲ ਤਰੀਕੇ ਨਾਲ ਆਪਾਂ ਫਿੱਟ ਹੋ ਸਕਦੇ ਹਾਂ, ਆਪਾਂ ਨੂੰ ਬਹੁਤ ਮਿਥ ਜਾਂ ਕੋਈ ਹਾਰਡ ਕੋਈ ਡਾਈਟ ਨਹੀਂ ਫੋਲੋ ਕਰਨੀ ਪੈਂਦੀ, ਆਪਾਂ ਘਰ ਦੇ ਫੂਡ ਨਾਲ ਵੀ ਫਿੱਟ ਹੋ ਸਕਦੇ ਹਾਂ। ਤਾਂ ਉਸ ਤੋਂ ਬਾਅਦ ਫਿਰ ਮੇਰਾ ਫਿਟਨੈਸ ਵੱਲ ਇੰਟਰਸਟ ਹੋਰ ਵੀ ਵੱਧ ਗਿਆ। ਭਾਜੀ, what is the most important thing for a person or for an athlete to begin his fitness journey? ਮਤਲਬ ਤੁਹਾਡੇ ਹਿਸਾਬ ਨਾਲ ਕੀ ਹੋਣਾ ਚਾਹੀਦਾ ਹੈ ਸਭ ਤੋਂ ਜ਼ਰੂਰੀ? ਇਹਦੀ ਮੈਂ ਸ਼ੁਰੂਆਤ ਕਰਨਾ ਚਾਹੁੰਦਾ ਨਿਊਟ੍ਰੀਸ਼ਨ ਪੁਆਇੰਟ ਆਫ ਵਿਊ ਨਾਲ। ਇੰਡੀਆ 'ਚ ਖਾਸ ਕਰ ਸਾਰੇ ਬਹੁਤ ਹਾਰਡ ਵਰਕ ਕਰਦੇ ਆ ਆਪਣੀ ਫੀਲਡ 'ਚ, ਚਾਹੇ ਐਥਲੈਟਿਕਸ ਵਿੱਚ ਬਹੁਤ ਤਰ੍ਹਾਂ ਦੇ ਅੱਗੇ ਵਰਟੀਕਲ ਹੈਗੇ ਆ। ਤਾਂ ਜਦੋਂ ਪ੍ਰੈਕਟਿਸ ਦੀ ਆਉਂਦੀ ਹੈ, ਪ੍ਰੈਕਟਿਸ ਵਿੱਚ ਕੋਈ ਕਮੀ ਨਹੀਂ ਹੈਗੀ, ਬਟ ਜਿਹੜੇ ਆਪਣੇ ਇੰਡੀਅਨ ਐਥਲੀਟ ਹੈ ਉਹ ਮਾਰ ਖਾਂਦੇ ਆ ਨਿਊਟ੍ਰੀਸ਼ਨ ਪੁਆਇੰਟ ਆਫ ਵਿਊ ਨਾਲ, ਬਿਕੋਜ਼ ਉਹਨਾਂ ਦੀ ਡਾਈਟ ਉਨੀ ਨਹੀਂ ਹੈਗੀ ਜਾਂ ਉਨੀ ਵਧੀਆ ਨਿਊਟ੍ਰੀਸ਼ੀਅਸ ਡਾਈਟ ਨਹੀਂ ਹੈਗੀ ਜਿਹਦੇ ਨਾਲ ਉਹ ਆਪਣੀ ਸਟਰੈਂਥ ਨੂੰ ਵਧਾ ਸਕਦੇ ਆ ਜਾਂ ਆਪਣੀ ਪਰਫਾਰਮੈਂਸ ਵਧਾ ਸਕਦੇ ਆ। ਤੇ ਜਿਹੜੇ ਆਪਣੇ ਐਥਲੀਟ ਹੈਗੇ ਆ ਉਹਨਾਂ ਨੂੰ ਨਿਊਟ੍ਰੀਸ਼ਨ ਦੀ ਨੌਲੇਜ ਨਹੀਂ ਹੈਗੀ ਜਾਂ ਉਹਨਾਂ ਦੇ ਕੋਚ ਹੈ ਉਹ ਆਪਣੇ ਫੀਲਡ ਵਿੱਚ ਬਹੁਤ ਵਧੀਆ, ਬਟ ਉਹਨਾਂ ਨੂੰ ਡਾਈਟ ਤੇ ਸਪਲੀਮੈਂਟੇਸ਼ਨ ਦੀ ਇੰਨੀ ਨੌਲੇਜ ਨਹੀਂ ਹੈਗੀ। ਹੁਣ ਤੱਕ ਜਿੰਨੇ ਕੁ ਐਥਲੀਟ ਨਾਲ ਮੈਂ ਕੰਮ ਕੀਤਾ ਹੈ ਉਹ ਪਹਿਲਾਂ ਅਬਿਊਜ਼ ਕਰਦੇ ਆ ਸਪਲੀਮੈਂਟਸ ਦਾ, ਠੀਕ ਹੈ, ਕਿ ਡਾਈਟ ਤੇ ਇੰਨਾ ਫੋਕਸ ਨਹੀਂ ਕਰਨਾ, ਬਟ ਸਪਲੀਮੈਂਟੇਸ਼ਨ ਆ ਬਹੁਤ ਹਾਈ ਐਂਡ ਤੇ ਯੂਜ਼ ਕਰਦੇ ਆ। ਤੇ ਮੈਂ ਰਿਕਮੈਂਡ ਕਰਦਾ ਕਿ ਪਹਿਲਾਂ ਆਪਣੀ ਡਾਈਟ ਠੀਕ ਕਰੋ, ਫਿਰ ਹੌਲੀ ਹੌਲੀ ਸਪਲੀਮੈਂਟੇਸ਼ਨ ਆਪਣੀ ਡਾਈਟ 'ਚ ਐਡ ਕਰੋ, ਜਿਹਦੇ ਨਾਲ ਤੁਹਾਨੂੰ ਪਤਾ ਲੱਗਦਾ ਰਹੇ ਕਿ ਕਿਹੜਾ ਸਪਲੀਮੈਂਟ ਤੁਹਾਨੂੰ ਸਭ ਤੋਂ ਜ਼ਿਆਦਾ ਸੂਟ ਕਰ ਰਿਹਾ ਜਾਂ ਜਿਹਦੇ ਨਾਲ ਤੁਹਾਡੀ ਪਰਫਾਰਮੈਂਸ ਐਨਹਾਂਸ ਹੋ ਰਹੀ ਹੈ। rather than going here and there, one should hire a nutritionist for their purpose. ਤੇ ਤੁਸੀਂ ਇਹ ਕਹਿ ਰਹੇ ਹੋ ਕਿ ਇੱਕ ਬੋਡੀ ਬਿਲਡਰ ਨੂੰ ਜਾਂ ਇੱਕ ਐਥਲੀਟ ਨੂੰ ਇੱਕ ਕੋਚ ਚਾਹੀਦਾ ਜਿਹੜਾ ਉਹਨਾਂ ਨੂੰ ਫਿਜ਼ੀਕਲੀ ਟ੍ਰੇਨ ਕਰੇ, ਹਾਂਜੀ, ਕਿ ਵੀ ਕਿੱਦਾਂ ਦੀ ਐਕਸਰਸਾਈਜ਼ ਤੁਸੀਂ ਪਰਫਾਰਮ ਕਰੋ, ਹਾਂਜੀ, ਤੇ ਇੱਕ ਨਿਊਟ੍ਰੀਸ਼ਨਿਸਟ ਵੀ ਚਾਹੀਦਾ ਹਾਂਜੀ, ਜਿਹੜਾ ਇੱਕ ਕੰਪਲੀਟ
ਤੁਹਾਨੂੰ ਹੋਲਸਮ ਹਾਂਜੀ। ਪੈਕੇਜ ਬਣਾ ਕੇ ਦੇ ਕੇ ਵੀ ਤੁਹਾਨੂੰ ਕੀ ਖਾਣਾ ਚਾਹੀਦਾ ਹੈ ਹਾਂਜੀ ਤੁਹਾਡੇ ਵਰਕਆਊਟ ਦੇ ਹਿਸਾਬ ਨਾਲ। ਹਾਂਜੀ ਤੇ ਇੱਕ ਨਹੀਂ 2 ਕੋਚ ਚਾਹੀਦੇ ਉਹਨਾਂ ਨੂੰ। ਬਿਲਕੁਲ। ਇਹ ਤੁਸੀਂ ਕਹਿਣਾ ਚਾਹੁੰਦੇ ਮੈਂ ਤਾਂ ਇਹ ਵੀ ਰეკਮੈਂਡ ਕਰਦਾ ਕਿ ਇੱਕ ਫਿਜ਼ੀਓਥੈਰੇਪਿਸਟ ਵੀ ਨਾਲ ਉਹਨਾਂ ਨੂੰ ਹਮੇਸ਼ਾ ਚਾਹੀਦਾ। ਓਕੇ। ਹਾਂਜੀ, ਬਿਕੋਜ਼ ਕੀ ਹੁੰਦਾ ਕਿ ਬੋਡੀ ਸਟਿਫ ਹੈ ਜਾਂ ਬੋਡੀ 'ਚ ਜੇ ਕੋਈ ਪਹਿਲੇ ਕਿ ਜੇ ਕੋਈ ਪ੍ਰੋਬਲਮ ਜਾਂ ਕੋਈ ਇੰਜਰੀ ਅਰਲੀ ਫੇਸ ਤੇ ਡਾਇਗਨੋਸ ਹੋਊਗੀ ਤਾਂ ਉਹ ਅੱਗੇ ਨਹੀਂ ਵੱਧਦੀ, ਉਹਨੂੰ ਉੱਥੇ ਨਾਲ ਦੀ ਨਾਲ ਕਾਊਂਟਰ ਕਰ ਸਕਦੇ ਹਾਂ। ਤਾਂ ਜੇ ਕੋਈ ਪਲੇਅਰ ਹੈਗਾ ਜਾਂ ਐਥਲੀਟ ਆਪਣੀ ਕਰੀਅਰ 'ਚ ਬਹੁਤ ਉੱਤੇ ਜਾਣਾ ਚਾਹੁੰਦਾ, ਇੱਕ ਕੋਚ ਹੋ ਗਿਆ, ਦੂਜਾ ਨਿਊਟ੍ਰੀਸ਼ਨਿਸਟ ਹੋ ਗਿਆ, ਤੀਜਾ ਫਿਜ਼ੀਓਥੈਰੇਪਿਸਟ। ਇਹ ਤਿੰਨੋਂ ਜਣੇ ਉਹਨਾਂ ਦੀ ਟੀਮ 'ਚ ਚਾਹੀਦੇ ਹੋਣੇ ਚਾਹੀਦੇ। ਹਾਂਜੀ। ਤੇ ਭਾਜੀ ਤੁਹਾਨੂੰ ਪਤਾ ਹੀ ਹੈਗਾ ਇੰਡੀਆ ਦੇ ਵਿੱਚ ਕੋਈ ਵੀ ਸਪੋਰਟਸ ਖੇਡਣਾ ਸੌਖਾ ਨਹੀਂ ਹੈਗਾ, ਕਾਫੀ ਐਕਸਪੈਂਸਿਵ ਹੁੰਦਾ ਹੈ। ਹਾਂਜੀ। ਤੇ ਤਾਂ ਹੀ ਕਰਕੇ ਮੇਰੇ ਖਿਆਲ ਜਿਹੜੇ ਵੀ ਐਥਲੀਟ ਹੁੰਦੇ ਉਹ ਇਹੀ ਸੋਚਦੇ ਕਿ ਵੀ ਇੱਕੋ ਹੀ ਕੋਚ ਹਾਇਰ ਕਰੀਏ ਜਿਹੜਾ ਪੂਰਾ ਸਾਨੂੰ ਕੰਪਲੀਟ ਨੌਲੇਜ ਦੇ ਦੇਵੇ। ਗੱਲ ਐਕਸਪੈਂਸਿਵ ਦੀ ਨਹੀਂ ਹੁੰਦੀ। ਜਿਹੜਾ ਐਥਲੀਟ ਹੈ ਜਦੋਂ ਸਪਲੀਮੈਂਟਸ ਦੀ ਵਾਰੀ ਆਉਂਦੀ ਹੈ ਦੇ ਕੈਨ ਸਪੈਂਡ ਹਿਊਜ ਅਮਾਊਂਟ ਆਫ ਮਨੀ। ਠੀਕ ਹੈ। ਅਸੀਂ ਕਹਿੰਦੇ ਹਾਂ ਹੁਣ ਜਿਹੜੀ ਮੈਂ ਡਾਈਟ ਵੀ ਰਿਕਮੈਂਡ ਕਰਦਾ, ਬਹੁਤ ਸਿੰਪਲ ਜੀ ਡਾਈਟ ਹੁੰਦੀ ਹੈ, ਹੋਮ ਮੇਡ ਫੂਡ ਹੁੰਦਾ ਸਾਰਾ, ਚਾਹੇ ਉਹ ਐਥਲੀਟ ਹੈ ਚਾਹੇ ਕੋਈ ਨਾਰਮਲ ਕਲਾਇੰਟ ਹੈ। ਉਹਦੇ ਵਿੱਚ ਬਹੁਤ ਥੋੜੀ ਸਪਲੀਮੈਂਟੇਸ਼ਨ ਹੁੰਦੀ ਹੈ। ਮੈਂ ਕਹਿੰਦਾ ਜਿਹੜੇ ਪੈਸੇ ਤੁਸੀਂ ਸਪਲੀਮੈਂਟਸ ਤੇ ਲਾਉਣੇ ਆ ਉਹਦੇ ਨਾਲੋਂ ਜੇ ਤੁਸੀਂ ਕੋਈ ਨਿਊਟ੍ਰੀਸ਼ਨਿਸਟ ਹਾਇਰ ਕਰ ਲੈਂਦੇ ਹੋ ਤਾਂ ਤੁਹਾਡੀ ਸਪਲੀਮੈਂਟੇਸ਼ਨ ਕਾਸਟ, ਫੂਡ ਕਾਸਟ ਬਹੁਤ ਜ਼ਿਆਦਾ ਘੱਟ ਜਾਂਦੀ ਹੈ। ਹੁਣ ਮੇਰੇ ਕੋਲ ਜਿੱਦਾਂ ਕਾਫੀ ਰੈਸਲਰ ਹੈ ਜਿਨ੍ਹਾਂ ਨੂੰ ਮੈਂ ਟ੍ਰੇਨ ਕਰ ਰਿਹਾ, ਜਿਨ੍ਹਾਂ ਦਾ ਮੈਂ ਨਿਊਟ੍ਰੀਸ਼ਨ ਦੇਖ ਰਿਹਾ, ਹੁਣ ਉਹ ਇੱਕ ਦਿਨ ਦੇ 100 ਤੋਂ ਲੈ ਕੇ 200 ਆਲਮੰਡਸ ਇੱਕ ਦਿਨ 'ਚ ਖਾਂਦੇ ਆ। ਐਨੀ ਦੀ ਲੋੜ ਨਹੀਂ, ਐਨੀ ਤਾਂ ਬੋਡੀ ਅਬਜ਼ੌਰਬ ਹੀ ਨਹੀਂ ਕਰਦੀ। ਮੈਂ ਕਹਿੰਦਾ 20-30 ਆਲਮੰਡਸ ਫॉर ਐਨ ਐਥਲੀਟ ਇਜ਼ ਮੋਰ ਦੈਨ ਇਨਫ। ਤਾਂ ਉਹ ਜਿਹੜੀ ਕਾਸਟ ਆ ਉਹ ਆਪਾਂ ਕਿਤੇ ਹੋਰ ਯੂਟਿਲਾਈਜ਼ ਕਰ ਸਕਦੇ, ਤਾਂ ਜਿਹਦੇ ਨਾਲ ਉਹਨਾਂ ਦੀ ਪ੍ਰੋਗਰੈਸ ਵੀ ਵਧਦੀ ਹੈ, ਐਫੀਸ਼ੀਐਂਸੀ ਵੀ ਵਧਦੀ ਹੈ ਤੇ ਸਪੀਡ ਵੀ ਵਧਦੀ ਹੈ। ਉਹਨਾਂ ਦਾ ਦੋਨੋਂ ਕੰਮ ਹੋ ਜਾਂਦੇ ਕਿ ਨਿਊਟ੍ਰੀਸ਼ਨਿਸਟ ਵੀ ਆ ਜਾਂਦਾ ਹੈ ਤੇ ਤੁਸੀਂ ਆਪਣੇ ਸਪਲੀਮੈਂਟਸ ਵੀ ਲੈ ਸਕਦੇ। ਹਾਂਜੀ, ਬਿਕੋਜ਼ ਮੇਰਾ ਜਿਹੜਾ ਕੰਮ ਹੁੰਦਾ ਮੇਰਾ ਕਾਸਟ ਕਟਿੰਗ ਤੇ ਮੈਂ ਬਹੁਤ ਕੰਮ ਕਰਦਾ। ਕਿਤੇ ਵੀ ਕਿਸੇ ਦਾ ਕੋਈ ਐਕਸਟਰਾ ਸਪਲੀਮੈਂਟੇਸ਼ਨ ਨਹੀਂ, ਕੋਈ ਐਕਸਟਰਾ ਉਹਨਾਂ ਦੀ ਸਪੈਂਡਿੰਗ ਜਿਹੜੀ ਪਾਵਰ ਹੁੰਦੀ ਹੈ ਬਹੁਤ ਘੱਟ ਜਾਂਦੀ ਹੈ। ਭਾਜੀ ਇਹ ਤਾਂ ਹੋ ਗਿਆ ਐਥਲੀਟਸ ਦੇ ਬਾਰੇ। ਹਾਂਜੀ। ਹੁਣ ਅਸੀਂ ਗੱਲ ਕਰਦੇ ਹਾਂ ਨਾਰਮਲ ਬੰਦਾ ਜਿਹੜਾ 9 to 6 ਜੌਬ ਕਰਦਾ ਹੈ ਆਪਣੀ। ਹਾਂਜੀ। ਤੇ ਆਲਵੇਜ਼ ਸਿਟਿੰਗ ਜੌਬ ਹੁੰਦੀ ਉਹਨਾਂ ਦੀ। ਹਾਂਜੀ। ਤੇ ਉਹਨਾਂ ਦੇ ਲਈ ਤੁਸੀਂ ਕੀ ਸੁਜੈਸਟ ਕਰਦੇ ਹੋ ਕਿ ਵੀ ਉਹ ਕਿਸ ਤਰ੍ਹਾਂ ਆਪਣੀ ਫਿਟਨੈਸ ਜਰਨੀ ਸ਼ੁਰੂ ਕਰ ਸਕਦੇ ਹੈ, ਕਿਸ ਤਰ੍ਹਾਂ ਆਪਣੀ ਬੋਡੀ ਨੂੰ ਮੇਨਟੇਨ ਕਰਕੇ ਰੱਖ ਸਕਦੇ ਹੈ? ਦੇਖੋ, ਜਿਹੜਾ ਅੱਜ ਦਾ ਟਾਈਮ ਹੈ ਆਲਮੋਸਟ ਸਾਰਿਆਂ ਦਾ ਲਾਈਫਸਟਾਈਲ ਸੈਡੈਂਟਰੀ ਹੋ ਚੁੱਕਾ ਹੈ। ਠੀਕ ਹੈ, ਮੇਰੀ ਵੀ ਜੌਬ ਸਿਟਿੰਗ ਹੈ, ਬਟ ਆਈ ਮੇਕ ਸ਼ੋਰ ਕਿ ਐਟਲੀਸਟ ਆਈ ਸਪੈਂਡ 60 to 90 ਮਿੰਟਸ ਔਨ ਮਾਈ ਐਕਸਰਸਾਈਜ਼ ਐਵਰੀ ਡੇ। ਠੀਕ ਹੈ, ਮੈਂ ਕਹਿੰਦਾ ਤੁਸੀਂ ਜਿਮ ਨਹੀਂ ਜਾ ਸਕਦੇ, ਤੁਸੀਂ ਘਰ ਦੇ ਬਾਹਰ ਪਾਰਕ ਹੈਗੇ ਆ, ਤਾਂ ਐਟਲੀਸਟ 60 ਮਿੰਟਸ ਦਾ ਵਰਕਆਊਟ ਤਾਂ ਹਰੇਕ ਕੋਈ ਕਰ ਸਕਦਾ। ਹਾਂਜੀ। ਉਹਦੇ ਨਾਲ ਕੀ ਹੁੰਦਾ, ਜੇ ਆਪਾਂ 60 ਮਿੰਟਸ ਸਵੇਰੇ ਵਰਕਆਊਟ ਕਰਦੇ ਆ, ਆਪਣੇ ਪੂਰਾ ਦਿਨ ਆਪਾਂ ਫਰੈਸ਼ ਰਹਿੰਦੇ ਆ, એનર્ਜੈਟਿਕ ਰਹਿੰਦੇ ਆ ਤੇ ਆਪਣੀ ਕੰਮ ਕਰਨ ਦੀ ਐਫੀਸ਼ੀਐਂਸੀ ਵੀ ਵਧਦੀ ਹੈ ਉਹਦੇ ਨਾਲ। ਤੇ ਭਾਜੀ ਐਕਸਰਸਾਈਜ਼ ਤੇ ਮੇਰੇ ਖਿਆਲ ਇੱਕੋ ਹੀ ਪਾਰਟ ਹੋ ਗਿਆ। ਹਾਂਜੀ। ਤੇ ਮਤਲਬ ਮੈਂ ਜੇ ਆਪਣੀ ਗੱਲ ਕਰਾਂ, ਜਿੱਦਾਂ ਸਾਡੀ ਜੌਬ ਹੈਗੀ 9 to 6 ਅਸੀਂ ਕਰ ਲੈਂਦੇ ਆ, ਕੋਈ ਚੱਕਰ ਨਹੀਂ, ਘੰਟਾ ਐਕਸਰਸਾਈਜ਼ ਵੀ ਕਰ ਲੈਂਦੇ ਆ। ਹਾਂਜੀ। 60 ਮਿੰਟ ਤੋਂ 90 ਮਿੰਟ ਐਕਸਰਸਾਈਜ਼ ਵੀ ਹੋ ਜਾਂਦੀ ਹੈ। ਬਟ ਖਾਣੇ ਦਾ ਬੰਦਾ ਕਿਸ ਤਰ੍ਹਾਂ ਕਰੀਏ, ਜਾਂ ਪ੍ਰੋਪਰ ਨਿਊਟ੍ਰੀਐਂਟਸ ਇੱਕ ਬੰਦੇ ਨੂੰ ਲੈਣੇ ਚਾਹੀਦੇ, ਉਹ ਕਿਸ ਤਰ੍ਹਾਂ ਅਸੀਂ ਕਰ ਸਕਦੇ ਹਾਂ? ਕੀ ਹੁੰਦਾ ਹੈ ਨਾ, ਆਪਾਂ ਅੱਜ ਕੱਲ ਬਹੁਤ ਜ਼ਿਆਦਾ ਕੁਝ ਵੀ ਸਰਚ ਕਰਨਾ ਹੁੰਦਾ, ਸਭ ਤੋਂ ਪਹਿਲਾਂ ਗੂਗਲ ਤੇ ਜਾਂਦੇ ਹਾਂ। ਤਾਂ ਗੂਗਲ ਤੇ ਸੋਲੂਸ਼ਨ ਹੈ, ਇੱਕ ਸਟੈਂਡਰਡ ਸੋਲੂਸ਼ਨ ਹੈ। ਠੀਕ ਹੈ, ਬਟ ਜੇ ਆਪਾਂ ਘਰ ਦਾ ਖਾਣਾ ਖਾਈਏ ਜਿਹਦੇ ਵਿੱਚ ਕਲਰਫੁਲ ਵੈਜੀਟੇਬਲਸ ਹੋਣ, ਕਲਰਫੁਲ ਫਰੂਟਸ ਹੋਣ, ਠੀਕ ਹੈ, ਆਪਣੇ ਬੀਨਸ ਹੋ ਗਏ, ਪਲਸਿਸ ਹੋ ਗਏ, ਹੈ ਨਾ, ਉਹ ਜੇ ਆਪਾਂ ਡੇਲੀ ਬੇਸਿਸ ਤੇ ਆਪਾਂ ਖਾਣੇ ਸ਼ੁਰੂ ਕਰ ਦਈਏ ਤਾਂ ਆਪਣੀ ਜਿਹੜੀ ਨਿਊਟ੍ਰੀਸ਼ਨ ਅਮਾਊਂਟ ਹੈ ਉਹ ਕਾਫੀ ਹੱਦ ਤੱਕ ਪੂਰੀ ਹੋ ਜਾਂਦੀ ਹੈ। ਆਪਾਂ ਅੱਜ ਦੇ ਟਾਈਮ 'ਚ ਵੀਟ ਤੋਂ ਦੂਰ ਭੱਜਦੇ ਜਾ ਰਹੇ ਹਾਂ, ਰਾਈਸ ਤੋਂ ਦੂਰ ਭੱਜਦੇ ਜਾ ਰਹੇ ਹਾਂ, ਕਾਰਬੋਹਾਈਡਰੇਟਸ ਦੀ ਕੋਈ ਵੀ ਸੋਰਸ ਹੈ ਉਹ ਤੋਂ ਦੂਰ ਭੱਜ ਰਹੇ ਹਾਂ। ਬਟ ਇੱਕ ਕਾਰਬੋਹਾਈਡਰੇਟਸ ਹੈ ਜਿਹੜੇ ਆਪਣੀ ਬੋਡੀ ਵਾਸਤੇ ਫਿਊਲ ਦਾ ਕੰਮ ਕਰਦੇ, ਜੋ ਨਹੀਂ ਖਾਵਾਂਗੇ ਆਪਾਂ ਥੱਕੇ ਰਵਾਂਗੇ। ਹੁਣ ਮੇਰੇ ਕੋਲ ਇਨਕੁਆਇਰੀਜ਼ ਆਉਣੀ ਹੈ, ਹੁਣ ਜਿਹੜੇ ਅਰਲੀ 30s 'ਚ ਵੀ ਹੈਗੇ ਆ ਜਾਂ ਲੇਟ 20s ਵਿੱਚ ਵੀ ਹੈਗੇ ਆ, they feel lethargic throughout the day just because of their diet or eating pattern। ਉਹ ਜੇ ਥੋੜਾ ਜਿਹਾ ਆਪਣਾ ਡਾਈਟ ਦਾ ਖਿਆਲ ਰੱਖ ਲੈਣ, ਸਿੰਪਲ ਘਰ ਦਾ ਵੀ ਖਾਣਾ ਖਾ ਲੈਣ, ਉਹਨੂੰ ਡਾਈਟ ਨੂੰ ਥੋੜਾ ਜਿਹਾ ਕਲਰਫੁਲ ਕਰ ਲੈਣ, ਬੈਲੈਂਸ ਕਰ ਲੈਣ, ਤਾਂ ਉਹਨਾਂ ਨੂੰ ਇਦਾਂ ਦੀ ਕੋਈ ਪ੍ਰੋਬਲਮ ਨਹੀਂ ਆਉਂਦੀ। ਅੱਛਾ, ਤੇ ਸਾਨੂੰ ਇਹ ਦੱਸੋ ਭਾਜੀ ਕਿ ਕੈਲੋਰੀਜ਼ ਤੇ ਕਾਰਬੋਹਾਈਡਰੇਟਸ 'ਚ ਕੀ ਫਰਕ ਹੁੰਦਾ ਹੈ? ਕੈਲੋਰੀਜ਼ ਤੇ ਕਾਰਬੋਹਾਈਡਰੇਟਸ 'ਚ ਬਹੁਤ ਫਰਕ ਹੈ। ਹੁਣ ਜਿਹੜੀਆਂ ਕੈਲੋਰੀਜ਼ ਹੋਣੀਆਂ ਉਹ ਫੈਟਸ ਤੋਂ ਵੀ ਆ ਸਕਦੀਆਂ, ਪ੍ਰੋਟੀਨਸ ਤੋਂ ਵੀ ਆ ਸਕਦੀਆਂ, ਜਾਂ ਕਾਰਬੋਹਾਈਡਰੇਟਸ ਤੋਂ ਵੀ ਆ ਸਕਦੀਆਂ। ਇਹ ਡਿਪੈਂਡ ਕਰਦਾ ਰੇਸ਼ੋ। ਓਕੇ, ਕਿ ਆਪਣੀ ਜਿਹੜੀ ਡਾਈਟ ਆ ਉਹਦੇ ਵਿੱਚ ਪ੍ਰੋਪਰ ਬੈਲੈਂਸ ਹੋਣਾ ਚਾਹੀਦਾ, ਚਾਹੇ ਉਹ ਕਾਰਬਸ ਹੈ, ਚਾਹੇ ਪ੍ਰੋਟੀਨਸ ਹੈ, ਚਾਹੇ ਫੈਟਸ ਹੈ।
ਔਰ ਜਿਹੜੀ ਅੱਜ ਦੀ ਟਾਈਮ ਹੈ, ਆਪਾਂ ਜਦੋਂ ਘਰ ਦੀ ਰੋਟੀ ਖਾਣੀ ਹੁੰਦੀ ਹੈ ਉਹ ਖਾਣ ਲੱਗੇ ਤਾਂ ਆਪਾਂ ਬਹੁਤ ਵਾਰੀ ਸੋਚਦੇ ਹਾਂ, ਬਟ ਵੈਨ ਵੀ ਗੋ ਆਊਟ ਵੀ ਹਾਰਡਲੀ ਗਿਵ ਅ ਸੈਕਿੰਡ ਥਾਟ ਵਾਈਲ ਈਟਿੰਗ ਐਨੀਥਿੰਗ। ਤਾਂ ਮੈਂ ਕਹਿੰਦਾ ਕਿ ਆਪਾਂ ਰੋਟੀ ਛੱਡ ਕੇ ਪੀਜ਼ਾ 버ਗਰ ਵੱਲ ਹੋ ਰਹੇ ਹਾਂ, ਤਾਂ ਉਹਦੇ ਨਾਲ ਆਪਣੀ ਹੈਲਥ ਵੀ ਖਰਾਬ ਹੋ ਰਹੀ ਹੈ, ਆਪਣਾ ਸਾਰਾ ਸਿਸਟਮ ਖਰਾਬ ਹੋ ਰਿਹਾ। ਤਾਂ ਰੈਦਰ ਦੈਨ ਫੋਕਸਿੰਗ ਔਨ ਕੈਲਰੀਜ਼ ਔਰ ਫੋਕਸਿੰਗ ਔਨ ਕਾਰਬੋਹਾਈਡਰੇਟਸ, ਇੱਕ ਬੈਲੈਂਸ ਡਾਈਟ ਦਾ ਪੈਟਰਨ ਫੋਲੋ ਕਰਨਾ ਚਾਹੀਦਾ। ਭਾਜੀ ਤੁਸੀਂ ਆਪਣੇ ਪ੍ਰੋਸੈਸ ਬਾਰੇ ਦੱਸੋ। ਜਦ ਤੁਹਾਡੇ ਕੋਲ ਕੋਈ ਕਲਾਇੰਟ ਆਉਂਦਾ ਹੈ, ਤੁਸੀਂ ਕਿਸ ਤਰ੍ਹਾਂ ਅਸੈਸ ਕਰਦੇ ਹੋ ਉਹਨਾਂ ਦੇ ਬਾਰੇ ਕਿ ਉਹਨਾਂ ਨੂੰ ਕੀ ਡਾਈਟ ਤੁਸੀਂ ਰეკਮੈਂਡ ਕਰਦੇ ਹੋ, ਕਿੱਦਾਂ ਉਹਨਾਂ ਦੀ ਨਿਊਟ੍ਰੀਸ਼ਨ ਜਿਹੜੀ ਹੋਣੀ ਚਾਹੀਦੀ ਹੈ? ਜਦੋਂ ਸਭ ਤੋਂ ਪਹਿਲਾਂ ਸਾਡੇ ਕੋਲ ਕੋਈ ਇਨਕੁਆਇਰੀ ਆਉਂਦੀ ਹੈ, ਅਸੀਂ ਸਭ ਤੋਂ ਪਹਿਲਾਂ ਉਹਨਾਂ ਦੀ ਹੈਲਥ ਦੀ ਅਸੈਸਮੈਂਟ ਕਰਦੇ ਹਾਂ। ਉਹਨਾਂ ਨੂੰ ਪੁੱਛਿਆ ਜਾਂਦਾ ਕੋਈ ਹੈਲਥ ਇਸ਼ੂ ਹੈਗਾ, ਕੋਈ ਵੀ ਸਟਮਕ ਰਿਲੇਟਡ ਹੈਗਾ, ਜਾਂ ਜਿਹੜੀ ਸਭ ਤੋਂ ਵੱਡੀ ਅੱਜ ਕੱਲ੍ਹ ਪ੍ਰੋਬਲਮ ਆ ਰਹੀ ਹੈ ਉਹ એનર્ਜੀ ਦੀ ਆ ਰਹੀ ਹੈ। ਹਾਂਜੀ, ਕਿ ਪੀਪਲ ਫੀਲ ਲੈਥਾਰਜਿਕ ਤਾਂ ਉਹ ਅਸੀਂ ਹੈਲਥ ਐਨਾਲਿਸਿਸ ਤੋਂ ਬਾਅਦ ਉਹਨਾਂ ਦਾ ਲਾਈਫ ਸਟਾਈਲ ਐਨਾਲਾਈਜ਼ ਕਰਦੇ ਹਾਂ ਕਿ ਜਿਹੜੀ ਇਹਨਾਂ ਨੂੰ ਪ੍ਰੋਬਲਮ ਆ ਰਹੀ ਹੈ। ਸੌਰੀ ਭਾਜੀ, ਬਟ ਤੁਸੀਂ ਕੋਈ ਚੈੱਕਅਪ ਵੀ ਕਰਾਉਂਦੇ ਹੋ ਪਹਿਲੇ? ਜੇ ਕਿਸੇ ਜਿਵੇਂ BMI ਹੁੰਦਾ ਹੈ ਜਾਂ ਹੋਰ ਕੋਈ ਚੈੱਕਅਪ? ਪਰਸਨਲੀ ਮੈਂ BMI 'ਚ ਇੰਨਾ ਬਲੀਵ ਨਹੀਂ ਕਰਦੇ। ਉਹਦੇ ਨਾਲੋਂ ਅਸੀਂ ਰਿਕਮੈਂਡ ਕਰਦੇ ਹਾਂ ਬਲੱਡ ਰਿਪੋਰਟਸ, ਬਿਕੋਜ਼ ਬਲੱਡ ਰਿਪੋਰਟ ਨਾਲ ਐਕਚੁਅਲੀ ਪਤਾ ਲੱਗਦਾ ਹੈ ਕਿ ਆਪਣੀ ਜਿਹੜੀ ਆਰਗਨ ਹੈਲਥ ਹੈ ਉਹ ਕਿੰਨੀ ਕੁ ਖਰਾਬ ਹੈ ਜਾਂ ਕਿੰਨੀ ਕੁ ਵਧੀਆ ਹੈ। ਉਸ ਹਿਸਾਬ ਨਾਲ ਜਦੋਂ ਅਸੀਂ ਡਾਈਟ ਤੇ ਕੰਮ ਕਰਦੇ ਹਾਂ ਤਾਂ ਉਹ ਸਾਰੇ ਪੈਰਾਮੀਟਰਸ ਅਸੀਂ ਬੈਲੈਂਸ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਤੇ ਤੁਸੀਂ ਇਹ ਕਹਿ ਰਹੇ ਹੋ ਕਿ ਜਦ ਤੁਹਾਡੇ ਕੋਲ ਕੋਈ ਕਲਾਇੰਟ ਆਉਂਦਾ ਹੈ ਤੁਸੀਂ ਪਹਿਲੇ ਉਹਨਾਂ ਦੇ ਬਲੱਡ ਟੈਸਟ ਕਰਾਉਂਦੇ ਹੋ? ਹਾਂਜੀ। ਅੱਛਾ, ਤੇ ਕਿਹੜੇ ਬਲੱਡ ਟੈਸਟ ਹੁੰਦੇ ਬਾਅਦ? ਜਦੋਂ ਅਸੀਂ ਬਲੱਡ ਟੈਸਟ ਰਿਕਮੈਂਡ ਕਰਦੇ ਹਾਂ, ਅਸੀਂ ਰਿਕਮੈਂਡ ਕਰਦੇ ਹਾਂ ਫੁੱਲ ਬੋਡੀ ਚੈੱਕਅਪ, ਜਿਹਦੇ ਵਿੱਚ ਤੁਹਾਡੀ ਹਾਰਟ ਹੈਲਥ ਹੋ ਗਈ, ਲੀਵਰ ਹੈਲਥ ਹੋ ਗਈ, ਉਸ ਤੋਂ ਬਾਅਦ ਥਾਇਰਾਇਡ ਦਾ ਕੋਈ ਇਸ਼ੂ ਤਾਂ ਨਹੀਂ ਹੈਗਾ, ਜਾਂ ਆਪਣਾ ਅੱਜ ਕੱਲ੍ਹ ਜਿਹੜੀ ਸਭ ਤੋਂ ਵੱਡੀ ਪ੍ਰੋਬਲਮ ਆ ਰਹੀ ਹੈ ਉਹ ਵਿਟਾਮਿਨ B12 ਤੇ ਵਿਟਾਮਿਨ D3 ਦੀ ਡੈਫੀਸ਼ੀਐਂਸੀ ਆ ਰਹੀ ਹੈ। ਤਾਂ ਉਹ ਅਸੀਂ ਸਾਰਿਆਂ ਦਾ ਚੈੱਕ ਕਰਾਉਂਦੇ ਹਾਂ। ਬਿਕੋਜ਼ ਕੀ ਹੁੰਦਾ, ਜਦੋਂ ਅਸੀਂ ਕਿਸੇ ਦੇ weight loss ਤੇ ਕੰਮ ਕਰਨਾ, ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਜਿੰਨੇ ਕੁ ਉਹਨਾਂ ਦੇ ਹੈਲਥ ਪੈਰਾਮੀਟਰਸ ਅਸੀਂ ਇੰਪਰੂਵ ਕਰ ਸਕੀਏ ਉਹ ਸਾਰੀਆਂ ਚੀਜ਼ਾਂ ਅਸੀਂ ਇੰਪਰੂਵ ਕਰਵਾ ਕੇ ਦਿੰਦੇ ਹਾਂ ਵਿਦ ਫੂਡ ਓਨਲੀ। ਤੇ ਫਿਰ ਤੁਸੀਂ ਰੈਗੂਲਰ ਫੋਲੋ ਅਪ ਤੇ ਚੈੱਕਸ ਕਿੱਦਾਂ ਰੱਖਦੇ ਹੋ? ਸਾਡੇ ਕੋਲ ਡੈਡੀਕੇਟਿਡ ਟੀਮ ਹੈਗੀ ਹੈ, ਠੀਕ ਹੈ, ਉਹ ਕਲਾਇੰਟ ਨਾਲ ਇਨ ਟੱਚ ਰਹਿੰਦੇ ਆ। ਉਹਨਾਂ ਦੀ ਕੋਈ ਕੁਐਰੀਜ਼ ਹੁੰਦੀਆਂ ਜਾਂ ਕੋਈ ਬਹੁਤ ਛੋਟੇ ਕੁਐਸਚਨ ਹੁੰਦੇ ਆ ਜਿਨ੍ਹਾਂ ਨੂੰ ਰੈਗੂਲਰ ਅਸੀਂ ਵੀ ਮੇਕ ਸ਼ੋਰ ਕਿ ਦੇयर ਇਜ਼ ਨੋ ਕਮਿਊਨੀਕੇਸ਼ਨ ਗੈਪ ਬਿਟਵੀਨ ਦਾ ਕਲਾਇੰਟ ਐਂਡ ਬਿਟਵੀਨ ਅਸ, ਹੈ ਨਾ। ਇਸ ਕਰਕੇ ਕੀ ਹੁੰਦਾ, ਉਹਦੇ ਨਾਲ ਕਲਾਇੰਟ ਵੀ ਮੋਟੀਵੇਟਿਡ ਰਹਿੰਦਾ। ਜੇ ਕੋਈ ਪ੍ਰੋਬਲਮ ਆ ਰਹੀ ਹੈ ਤਾਂ ਉਹਦਾ ਸੋਲੂਸ਼ਨ ਅਸੀਂ ਨਾਲ ਦੀ ਨਾਲ ਕਰਕੇ ਦਿੰਦੇ ਹਾਂ। ਬਟ ਜਿਵੇਂ ਤੁਸੀਂ ਕਿਸੇ ਨੂੰ ਇੱਕ ਡਾਈਟ ਪੂਰੀ ਬਣਾ ਕੇ ਦੇ ਦੀ ਹੈ, ਕਹਿਤਾ ਕਿ ਵੀ ਤੁਸੀਂ ਇਹ ਖਾਣਾ ਹੈ, ਹਾਂਜੀ, ਤੇ ਤੁਸੀਂ ਉਹ ਕਿੱਦਾਂ ਇਨਸ਼ੋਰ ਕਰਦੇ ਹੋ ਕਿ ਜੋ ਵੀ ਤੁਸੀਂ ਪ੍ਰਿਸਕ੍ਰਾਈਬ ਕਰਦੇ ਹੋ ਉਹਨਾਂ ਨੂੰ, ਹਾਂਜੀ, ਉਹ ਫੋਲੋ ਕਰਦੇ ਹੈਗੇ ਕਿ ਨਹੀਂ ਕਰਦੇ ਹੈਗੇ? ਜਿਹੜਾ ਅਸੀਂ ਡਾਈਟ ਪੈਟਰਨ ਸੈੱਟ ਕਰਦੇ ਹਾਂ ਉਹ ਕਲਾਇੰਟ ਦੀ ਪ੍ਰੈਫਰੈਂਸਸ ਦੇ ਹਿਸਾਬ ਨਾਲ ਸੈੱਟ ਕਰਦੇ ਹਾਂ। ਬਿਕੋਜ਼ ਕੀ ਹੁੰਦਾ, ਅੱਜ ਤੱਕ ਕੀ ਹੁੰਦਾ ਸੀਗਾ ਕਿ ਕਲਾਇੰਟ ਤੇ ਨਾ ਕੁਝ ਵੀ ਥੋਪਿਆ ਜਾਂਦਾ ਸੀਗਾ ਕਿ ਯੂ ਨੀਡ ਟੂ ਫੋਲੋ ਦਿਸ ਇਨ ਆਰਡਰ ਟੂ ਅਚੀਵ ਯੋਰ ਰਿਜ਼ਲਟਸ। ਤੇ ਅਸੀਂ ਕਲਾਇੰਟ ਦਾ ਲਾਈਫ ਸਟਾਈਲ ਸਮਝ ਕੇ ਉਹਨਾਂ ਦੇ ਲਾਈਫ ਸਟਾਈਲ ਦੇ ਅਕੋਰਡਿੰਗ ਅਸੀਂ ਫੂਡ ਪੈਟਰਨ ਦਿੰਦੇ ਹਾਂ। ਤਾਂ ਉਹਦੇ ਨਾਲ ਕੀ ਹੁੰਦਾ ਕਿ ਪੀਪਲ, ਹੁਣ ਤੁਸੀਂ ਹੋ, ਤੁਹਾਨੂੰ XYZ ਫੂਡ ਪਸੰਦ ਹੈ, ਤਾਂ ਵੀ ਮੇਕ ਸ਼ੋਰ ਕਿ ਆਲ ਦੋਜ਼ ਫੂਡਸ ਆਰ ਐਡਿਡ ਇਨ ਯੋਰ ਡਾਈਟ। ਤਾਂ ਉਹਦੇ ਨਾਲ ਤੁਸੀਂ ਆਲਰੇਡੀ ਮੋਟੀਵੇਟਿਡ ਰਹਿੰਦੇ ਹੋ ਕਿ ਜਦੋਂ ਤੁਹਾਡੇ ਪਸੰਦ ਦਾ ਤੁਹਾਨੂੰ ਖਾਣਾ ਮਿਲ ਰਿਹਾ ਤਾਂ ਆਬਵੀਅਸਲੀ ਤੁਸੀਂ ਫੋਲੋ ਕਰੋਗੇ। ਪਰ ਦੇਰ ਆਰ ਚਾਂਸਿਸ ਕਿ ਬਹੁਤ ਕਲਾਇੰਟ ਹੁੰਦੇ ਆ ਕਿ ਉਹ ਫੋਲੋ ਨਹੀਂ ਕਰਦੇ, ਤਾਂ ਅਸੀਂ ਉਹਨਾਂ ਤੋਂ ਪਿਕਚਰਸ ਵੀ ਮੰਗਵਾਉਂਦੇ ਹਾਂ ਕਿ ਤੁਸੀਂ ਆਪਣੀ ਮੀਲ ਦੀਆਂ ਸਾਨੂੰ ਪਿਕਚਰ ਸ਼ੇਅਰ ਕਰਨੀ ਹੈ। ਉਹਦੇ ਨਾਲ ਸਾਨੂੰ ਟਾਈਮ ਵੀ ਪਤਾ ਲੱਗ ਜਾਂਦਾ ਕਿ ਉਹ ਟਾਈਮ 'ਤੇ ਖਾਣਾ ਖਾ ਰਹੇ ਆ, ਤਾਂ ਔਰ ਉਹ ਖਾਣਾ ਖਾ ਰਹੇ ਕਿ ਉਹਨਾਂ ਦੀ ਡਾਈਟ 'ਚੋਂ ਸੈੱਟ ਕੀਤਾ ਹੋਇਆ। ਤਾਂ ਉਸ ਹਿਸਾਬ ਨਾਲ ਅਸੀਂ ਰੈਗੂਲਰ ਚੈੱਕ ਰੱਖਦੇ। ਭਾਜੀ ਇੱਕ ਐਗਜ਼ਾਮਪਲ ਲੈ ਕੇ ਗੱਲ ਕਰਦੇ ਹਾਂ। ਤੁਸੀਂ ਜਿਵੇਂ ਕਿ ਇੰਨੇ ਸਾਰੇ ਸੈਲੀਬ੍ਰਿਟੀ ਨੂੰ ਤੁਸੀਂ ਕੋਚ ਕਰਦੇ ਹੋ ਜਾਂ ਇੰਨੇ HNIs ਨੂੰ ਤੁਸੀਂ ਕੋਚ ਕਰਦੇ ਹੋ, ਤੇ ਉਹਨਾਂ ਦਾ ਲਾਈਫ ਸਟਾਈਲ ਥੋੜਾ ਜਿਹਾ ਇੱਕ ਨਾਰਮਲ ਬੰਦੇ ਤੋਂ ਬੜਾ ਅੱਡ ਹੁੰਦਾ ਹੈ ਵੀ। ਹਾਂਜੀ, ਬਹੁਤ ਜ਼ਿਆਦਾ ਸੋਸ਼ਲਾਈਜ਼ ਕਰਦੇ ਹੈਗੇ। ਮੇਰੇ ਖਿਆਲ ਉਹਨਾਂ ਦਾ ਖਾਣਾ ਪੀਣਾ ਵੀ ਹਮੇਸ਼ਾ ਬਾਹਰ ਹੀ ਰਹਿੰਦਾ ਹੈ, ਘਰ ਹੁੰਦਾ ਹੀ ਨਹੀਂ ਹੈ, ਤੇ ਉਹ ਐਲਕੋਹਲ ਵੀ ਕੰਜ਼ਿਊਮ ਕਰਦੇ ਆ। ਤੇ ਤੁਸੀਂ ਉਹਨਾਂ ਨੂੰ ਕਿਸ ਤਰ੍ਹਾਂ ਕੋਚ ਕਰਦੇ ਹੈਗੇ? ਅਸੀਂ ਕੋਈ ਵੀ ਜਦੋਂ ਡਾਈਟ ਪਲਾਨ ਬਣਾਉਂਦੇ ਆ ਨਾ, ਤਾਂ ਅਸੀਂ ਹਮੇਸ਼ਾ ਆਪਣੇ ਕਲਾਇੰਟ ਦਾ, ਤੁਹਾਨੂੰ ਮੈਂ ਦੱਸਿਆ ਕਿ ਲਾਈਫ ਸਟਾਈਲ ਸਮਝਦੇ। ਹਾਂਜੀ। ਹੁਣ ਸੈਲੀਬ੍ਰਿਟੀਜ਼ ਦਾ ਜਾਂ HIs ਦਾ ਜਿਹੜਾ ਲਾਈਫ ਸਟਾਈਲ ਆ ਬਹੁਤ ਡਿਫਰੈਂਟ ਹੁੰਦਾ। ਹਾਂਜੀ। ਅਸੀਂ ਉਹਨਾਂ ਦੀ ਲਾਈਫ ਸਟਾਈਲ ਦੇ ਹਿਸਾਬ ਨਾਲ ਸਾਰਾ ਜਿਹੜਾ ਡਾਈਟ ਪਲਾਨ ਹੈ ਉੱਦਾਂ ਪਲਾਨ ਕਰਦੇ ਕਿ ਉਹਨਾਂ ਨੂੰ ਫੋਲੋ ਕਰਨ 'ਚ ਕੋਈ ਪ੍ਰੋਬਲਮ ਨਾ ਆਵੇ। ਹਮੇਸ਼ਾ ਕੀ ਹੁੰਦਾ, ਜਦੋਂ ਆਪਾਂ ਬਾਹਰ ਖਾਣਾ, ਠੀਕ ਹੈ, ਹੈਲਦੀ ਆਪਸ਼ਨਸ ਵੀ ਮਿਲਦੀਆਂ, ਅਨਹੈਲਦੀ ਆਪਸ਼ਨਸ ਵੀ ਮਿਲਦੀਆਂ, ਤਾਂ ਚੋਇਸ ਤਾਂ ਆਪਣੀ ਤੇ ਹੈ ਨਾ ਕਿ ਆਪਾਂ ਕਿਹੜਾ ਫੂਡ ਖਾਣਾ, ਕਿਹੜਾ ਨਹੀਂ ਖਾਣਾ। ਤਾਂ ਜੇ ਉਹਨਾਂ ਕੋਲ ਆਪਸ਼ਨ ਹੋਊਗੀ ਕਿ ਦਿਸ ਇਜ਼ ਵਾਟ ਯੂ ਕੈਨ ਹੈਵ ਵੈਨ ਯੂ ਆਰ ਹੈਵਿੰਗ ਯੋਰ ਮੀਟਿੰਗ ਆਊਟਸਾਈਡ,
ਤਾਂ ਉਹਨਾਂ ਕੋਲ ਇੱਕ ਚਾਰਟ ਹੁੰਦਾ ਹੈ ਜਿਹਦੇ ਵਿੱਚ ਉਹ ਸਿਲੈਕਟ ਕਰਕੇ ਉੱਦਾਂ ਦਾ ਖਾਣਾ ਖਾ ਸਕਦੇ ਆ। ਤੇ ਭਾਜੀ ਹੁਣੇ ਜੇ ਅਸੀਂ ਗੱਲ ਕਰੀਏ ਪਰਸੈਂਟੇਜ ਵਾਈਜ਼ ਕਿੰਨੇ ਪਰਸੈਂਟ ਲੋਕ ਕਿਹੜੀ ਏਜ ਕੈਟਾਗਰੀ 'ਚ ਹੁਣੇ ਤੁਸੀਂ ਮੈਨੇਜ ਕਰ ਰਹੇ ਹੋ? ਪਰਸੈਂਟੇਜ ਦਾ ਮੈਂ ਤੁਹਾਨੂੰ ਦੱਸ ਦਿੰਦਾ ਕਿ ਅਸੀਂ 5 ਇਅਰਸ ਦੇ ਬੱਚਿਆਂ ਤੋਂ ਲੈ ਕੇ 60 to 70 ਇਅਰਸ ਤੱਕ ਹਰੇਕ ਤਰ੍ਹਾਂ ਦੇ ਏਜ ਗਰੁੱਪ ਨੂੰ ਕੈਟਰ ਕਰਦੇ ਹਾਂ। ਅੱਛਾ, ਤੁਹਾਨੂੰ ਮੈਂ ਦੱਸਣਾ ਚਾਹੁੰਦਾ ਕਿ ਜਿਹੜੇ ਬੱਚੇ ਆ ਅਸੀਂ ਉਹਨਾਂ ਦਾ ਨਿਊਟ੍ਰੀਸ਼ਨ ਉਸ ਹਿਸਾਬ ਨਾਲ ਪਲਾਨ ਕਰਦੇ ਹਾਂ ਕਿ ਉਹਨਾਂ ਦੀ ਗਰੋਥ ਹੈ ਉਹ ਹੋਰ ਵਧੀਆ ਹੁੰਦੀ ਹੈ ਤੇ ਨਾਲ ਉਹਨਾਂ ਦਾ weight loss ਵੀ ਹੁੰਦਾ ਜਾਂ ਕੋਈ ਉਹ ਹੈਲਥ ਇਸ਼ੂ ਹੈਗਾ ਤਾਂ ਉਹ ਵੀ ਅਸੀਂ ਨਾਲ ਦੀ ਨਾਲ ਰਿਜ਼ੋਲਵ ਕਰਕੇ ਦਿੰਦੇ ਹਾਂ। ਬਹੁਤ ਬੱਚੇ ਇੱਦਾਂ ਦੇ ਆ ਜਿਹੜੇ ਅੰਡਰ 18 ਹੈ ਸਾਡੇ ਕੋਲੇ, ਉਹਨਾਂ ਦੀ ਹਾਈਟ ਵੀ ਵੱਧਦੀ ਹੈ, ਉਹਨਾਂ ਦੀ ਗਰੋਥ ਵੀ ਵੱਧਦੀ ਹੈ ਤੇ ਨਾਲ ਉਹ ਫਿਟ ਐਂਡ ਹੈਲਦੀ ਵੀ ਹੁੰਦੇ ਆ। ਤੇ ਕੀ ਪਰਸੈਂਟੇਜ ਹੈਗੀ ਭਾਜੀ ਜੇ ਅਸੀਂ ਗੱਲ ਕਰੀਏ 5 to 18 ਕਿੰਨੇ ਪਰਸੈਂਟ ਕਲਾਇੰਟ ਹੈਗੇ ਤੁਹਾਡੇ? ਸਾਡੇ ਜਿਹੜੇ 5 to 18 ਆਲਮੋਸਟ 15 to 20% ਆਫ ਆਵਰ ਕਲਾਇੰਟਸ ਆਰ ਟੀਨੇਜਰਸ। ਓਕੇ, ਐਂਡ 18 to let's say 30 ਜਿਹੜਾ ਸਾਡੇ ਕੋਲ ਮੈਕਸਿਮਮ ਚੰਕ ਹੈਗਾ ਕਲਾਇੰਟਸ ਦਾ ਉਹ ਹੈਗਾ 20 to 45। 20 to 45 ਹਾਂਜੀ। ਓਕੇ, ਤੇ ਓਕੇ ਚਲੋ ਜਦ ਅਸੀਂ ਗੱਲ ਕਰ ਰਹੇ ਹਾਂ ਬੱਚਿਆਂ ਦੀ ਬਾਜੀ, ਬਈ ਇੱਕ ਬੰਦਾ ਜਿਹੜਾ 20 ਇਅਰਸ ਦਾ ਹੈਗਾ, 20 ਸਾਲ ਦਾ ਹੈਗਾ, ਉਹਨੂੰ ਤਾਂ ਫਿਰ ਵੀ ਥੋੜੀ ਨੌਲੇਜ ਹੁੰਦੀ ਹੈ, ਥੋੜੀ ਵਿਲ ਪਾਵਰ ਸਟਰੋਂਗ ਹੋ ਜਾਂਦੀ ਹੈ ਕਿ ਬਈ ਮੈਨੂੰ ਆਪਣਾ weight ਘਟਾਉਣਾ ਹੈ ਜਾਂ ਮੈਨੂੰ ਫਿਟ ਰਹਿਣਾ ਹੈ ਜਾਂ ਪ੍ਰੋਪਰ ਨਿਊਟ੍ਰੀਸ਼ਨ ਡਾਈਟ ਲੈਣੀ ਹੈਗੀ ਹੈ। ਬਟ ਇੱਕ ਬੱਚਾ ਜਿਹੜਾ 5 6 7 ਜਿਹੜੀ ਤੁਸੀਂ ਗੱਲ ਕਰ ਰਹੇ ਹੋ ਉਹਨੂੰ ਅਸੀਂ ਕਿਸ ਤਰ੍ਹਾਂ ਕੰਟਰੋਲ ਕਰ ਸਕਦੇ ਹਾਂ? ਦੇਖੋ ਜਿਹੜੇ ਛੋਟੇ ਬੱਚੇ ਆ ਹਾਂਜੀ, ਉਹਨਾਂ ਦਾ ਅਸੀਂ ਨਿਊਟ੍ਰੀਸ਼ਨ ਉਸ ਹਿਸਾਬ ਨਾਲ ਪਲਾਨ ਕਰਦੇ ਹਾਂ ਕਿ ਉਹਨਾਂ ਦੇ ਜਿਹੜੇ ਵੈਜੀਟੇਬਲਸ ਹੈ ਜਾਂ ਫਰੂਟਸ ਹੈ ਉਹ ਡਾਈਟ ਉਸ ਹਿਸਾਬ ਨਾਲ ਐਡ ਕੀਤੇ ਜਾਣ ਕਿ ਉਹਨਾਂ ਨੂੰ ਫੀਲ ਨਾ ਹੋਵੇ ਕਿ ਦੇ ਆਰ ਔਨ ਪਾਰਟਿਕੂਲਰ ਈਟਿੰਗ ਪੈਟਰਨ। ਉਹਦੇ ਵਾਸਤੇ ਵੀ ਸਟੇ ਕਨਸਟੈਂਟਲੀ ਇਨ ਟੱਚ ਵਿਦ देयर ਪੇਰੈਂਟਸ। ਓਕੇ, ਉਹ ਉਹਨਾਂ ਦੇ ਮਦਰ ਹੈ, ਉਹਨਾਂ ਨੂੰ ਅਸੀਂ ਇਨਸਟਰਕਸ਼ਨਸ ਦਿੰਦੇ ਕਿ ਉਹਨਾਂ ਨੂੰ ਕਿੱਦਾਂ ਹੈਂਡਲ ਕਰਦਾ। ਓਬਵੀਅਸਲੀ ਇਟ ਇਜ਼ ਵੈਰੀ ਡਿਫਿਕਲਟ ਟੂ ਮੇਕ ਕਿਡਸ ਅੰਡਰਸਟੈਂਡ ਕਿ ਵਾਟ ਟੂ ਈਟ ਐਂਡ ਹਾਊ ਟੂ ਈਟ। ਇਹਦੇ ਵਿੱਚ ਮਦਰਸ ਦਾ ਜਿਹੜਾ ਰੋਲ ਆ ਬਹੁਤ ਵੱਡਾ ਰਹਿੰਦਾ ਹੈ। ਉਹਨਾਂ ਨੇ ਵੈਜੀਟੇਬਲ ਐਡ ਕਰਨੇ ਆ, ਉਹਨਾਂ ਦੀ ਡਾਈਟ 'ਚੋਂ ਕਿੱਦਾਂ ਕਰਾਉਣੇ, ਉਹ ਸਾਰਾ ਅਸੀਂ ਪੈਟਰਨ ਉਹਨਾਂ ਨੂੰ ਸੈੱਟ ਕਰਕੇ ਦਿੰਦੇ ਹਾਂ। ਉਹਨਾਂ ਦਾ ਥੋੜਾ ਟਾਈਮ ਲੱਗਦਾ ਬਟ ਉਹ ਵੀ ਹੌਲੀ ਹੌਲੀ ਉਹਨਾਂ ਨੂੰ ਪਤਾ ਲੱਗ ਜਾਂਦਾ ਕਿ ਵਾਟ ਇਜ਼ ਹੈਲਦੀ ਐਂਡ ਵਾਟ ਇਜ਼ ਅਨਹੈਲਦੀ। ਔਰ ਇਹਦੇ ਵਿੱਚ ਜਿਹੜਾ ਪੇਰੈਂਟਸ ਦਾ ਰੋਲ ਹੈਗਾ ਕਿ ਸਭ ਤੋਂ ਪਹਿਲਾਂ ਪੇਰੈਂਟਸ ਨੂੰ ਫਾਸਟ ਫੂਡ ਆਪਣੀ ਲਾਈਫ 'ਚੋਂ ਕੱਟ ਕਰਨਾ ਪੈਂਦਾ ਬਿਕੋਜ਼ ਬੱਚੇ ਹਮੇਸ਼ਾ ਪੇਰੈਂਟਸ ਨੂੰ ਫੋਲੋ ਕਰਦੇ ਆ। ਫੋਰ ਐਗਜ਼ਾਮਪਲ ਮੇਰੀ ਬੇਟੀ ਹੈ, ਜੇ ਮੈਂ ਹੈਲਦੀ ਖਾਊਂਗਾ ਤਾਂ ਉਹਨਾਂ ਨੂੰ ਵੀ ਉਹੀ ਪੈਟਰਨ ਫੋਲੋ ਕਰਨਾ ਪਸੰਦ ਆਊਗਾ। ਹੁਣ ਜੇ ਮੈਂ ਆਪਣੇ ਬੱਚਿਆਂ ਦੇ ਸਾਹਮਣੇ ਰੋਜ਼ 버ਗਰ ਪੀਜ਼ਾ ਖਾ ਰਿਹਾ ਜਾਂ ਆਈਸਕ੍ਰੀਮਸ ਖਾ ਰਿਹਾ ਤਾਂ ਓਬਵੀਅਸਲੀ ਬੱਚੇ ਵੀ ਉੱਧਰ ਨੂੰ ਜਾਣਗੇ। ਔਨ ਦੀ ਕੰਟਰਰੀ ਜੇ ਮੈਂ ਹੈਲਦੀ ਫੂਡ ਖਾ ਰਿਹਾ ਤਾਂ ਉਹ ਹਮੇਸ਼ਾ ਉੱਧਰ ਨੂੰ ਇਨਕਲਾਈਨ ਹੋਣਗੇ ਕਿ ਅਸੀਂ ਵੀ ਇੱਦਾਂ ਦਾ ਹੀ ਫੂਡ ਖਾਣਾ ਹੈ। ਤਾਂ ਇਸ ਕਰਕੇ ਜਿਹੜੀਆਂ ਪ੍ਰੋਬਲਮਸ ਸ਼ੁਰੂ ਹੁੰਦੀਆਂ ਉਹ ਘਰੋਂ ਸ਼ੁਰੂ ਹੁੰਦੀਆਂ। ਤੇ ਭਾਜੀ ਕੋਈ ਸਟਿਪੂਲੇਟਡ ਟਾਈਮਲਾਈਨ ਹੈਗਾ ਤੁਹਾਡਾ ਕਿ ਬਈ ਜਦ ਕੋਈ ਕਲਾਇੰਟ ਤੁਹਾਡੇ ਕੋਲ ਆਉਂਦਾ ਹੈ ਕਿ ਬਈ ਤੁਸੀਂ 60 ਡੇਜ਼ ਲਓਗੇ ਜਾਂ 90 ਡੇਜ਼ ਲਓਗੇ ਜਾਂ ਡਿਪੈਂਡ ਕਰਦਾ ਹੈ ਉਹਨਾਂ ਦੀ ਉਸ ਸਮੇਂ ਦਾ ਅਸੈਸਮੈਂਟ ਦੇ? ਹਾਂਜੀ, ਉਹਨਾਂ ਦੀ ਨਾ ਪ੍ਰੈਜ਼ੈਂਟ ਕੰਡੀਸ਼ਨ ਤੇ ਡਿਪੈਂਡ ਕਰਦਾ ਬਿਕੋਜ਼ ਜੇ ਕਿਸੇ ਨੂੰ ਹੈਲਥ ਇਸ਼ੂ ਹੈ ਤਾਂ ਇਟ ਟੇਕਸ ਟਾਈਮ। ਹੁਣ ਅਸੀਂ ਕੋਈ ਮੈਡੀਸਨ ਨਹੀਂ ਦੇਣੀ, ਕੋਈ ਸਪਲੀਮੈਂਟ ਨਹੀਂ ਦੇਣਾ, ਤਾਂ ਫੂਡ ਨਾ ਅਸੀਂ ਫੂਡ ਨੂੰ ਐਜ਼ ਅ ਮੈਡੀਸਨ ਲੈਂਦੇ ਹਾਂ। ਤਾਂ ਹੁਣ ਕੀ ਹੁੰਦਾ ਕਿ ਉਹਨਾਂ ਦੀ ਹੈਲਥ ਕਿੰਨੀ ਡਿਟੋਰੇਟ ਹੋਈ ਹੈ ਜਾਂ ਉਹਨਾਂ ਦੀ ਆਰਗਨ ਹੈਲਥ ਕਿੰਨੀ ਕੁ ਖਰਾਬ ਹੈ ਤੇ ਉਹ ਕਿੰਨੀ ਦੇਰ ਰਿਕਵਰ ਕਰੂਗੀ, ਇਟ ਡਿਪੈਂਡਸ ਔਨ ਪਰਸਨ ਟੂ ਪਰਸਨ। ਤੇ ਜਿਹੜੇ ਬੱਚੇ ਆ ਜਾਂ ਜਿਹੜੇ ਅਰਲੀ 20s ਵਿੱਚ ਹੈਗੇ ਜਾਂ ਅਰਲੀ 30s 'ਚ ਹੈਗੇ ਉਹਨਾਂ ਦਾ ਰਿਕਵਰੀ ਰੇਟ ਹਾਈ ਹੁੰਦਾ ਹੈ। ਬਟ ਵੈਨ ਅ ਪਰਸਨ ਕ੍ਰੋਸਿਸ ਦੀ ਏਜ ਮਾਰਕ ਆਫ 40 ਤਾਂ ਉਦੋਂ ਰਿਕਵਰੀ ਰੇਟ ਘੱਟ ਹੁੰਦਾ। ਤਾਂ ਹਮੇਸ਼ਾ ਏਜ ਗਰੁੱਪ, ਜੈਂਡਰ, ਸਾਰੀਆਂ ਚੀਜ਼ਾਂ ਮੈਟਰ ਕਰਦੀਆਂ ਇਹਦੇ ਵਿੱਚ। ਭਾਜੀ ਅੱਜ ਕੱਲ੍ਹ ਜਿੱਦਾਂ ਤੁਸੀਂ ਹੁਣੇ ਕਹਿ ਵੀ ਰਹੇ ਸੀ ਕਿ ਅਸੀਂ ਆਪਣੀ ਮੀਲ ਤੋਂ ਵੀਟ ਘਟਾਈ ਜਾਂਦੇ ਹਾਂ, ਰਾਈਸ ਘਟਾਈ ਜਾਂਦੇ ਹਾਂ, ਬਟ ਐਟ ਦ ਸੇਮ ਟਾਈਮ ਆਈ ਫੀਲ ਦੈਟ ਅੱਜ ਦੀ ਡੇਟ ਦੇ ਵਿੱਚ ਕਾਫੀ ਲੋਕਾਂ ਨੂੰ ਫੂਡ ਐਲਰਜੀਜ਼ ਵੀ ਹੁੰਦੀਆਂ। ਹਾਂਜੀ, ਤੇ ਤੁਸੀਂ ਉਹ ਕਲਾਇੰਟਸ ਨਾਲ ਕਿੱਦਾਂ ਡੀਲ ਕਰਦੇ ਹੋ? ਫੂਡ ਐਲਰਜੀਜ਼ ਦੀ ਰੇਸ਼ੋ ਹੈ ਜਿਹੜੀ ਉਹ ਇੰਨੀ ਜ਼ਿਆਦਾ ਨਹੀਂ ਹੈਗੀ, ਬਹੁਤ ਘੱਟ ਹੈ। ਤੇ ਉਹਦੇ ਵਿੱਚ ਕੀ ਹੁੰਦਾ, ਹੁਣ there are certain type of clients ਜਿਨ੍ਹਾਂ ਨੂੰ ਲੈਕਟੋਸ ਐਲਰਜੀ ਹੈ ਜਾਂ ਗਲੂਟਨ ਐਲਰਜੀ ਹੈ, ਤਾਂ ਅਸੀਂ ਵੀ ਮੇਕ ਸ਼ੋਰ ਕਿ those foods are not there in their diet because ਕੀ ਹੁੰਦਾ it is going to hamper their digestion process। ਤਾਂ ਅਸੀਂ ਉਹ ਕੋਸ਼ਿਸ਼, ਬਿਕੋਜ਼ ਜੇ ਉਹਨਾਂ ਦੀ ਡਾਈਟ ਐਡ ਕਰਾਂਗੇ ਤਾਂ ਉਹਨਾਂ ਨੂੰ ਡਾਈਜੈਸ਼ਨ ਇਸ਼ੂ ਆਊਗਾ, ਤਾਂ ਉਹਦੇ ਅਸੀਂ ਕੋਈ ਨਾ ਕੋਈ ਜਿਹੜੇ ਰਿਲੇਟਿਵ ਆਲਟਰਨੇਟ ਹੈਗੇ ਆ ਉਹ ਐਡ ਕਰਕੇ ਦਿੰਦੇ ਹਾਂ। ਓਕੇ, ਸੋ ਦੈਟ ਦੇ ਹੈਵ ਅ ਹੋਲਸਮ ਨਿਊਟ੍ਰੀਸ਼ਨ। ਹਾਂਜੀ, ਬਿਕੋਜ਼ ਦੇਖੋ ਤੁਹਾਨੂੰ ਜਿੱਦਾਂ ਪਹਿਲਾਂ ਹੀ ਦੱਸਿਆ ਕਿ ਅਸੀਂ ਟੋਟਲੀ ਕਸਟਮਾਈਜ਼ ਕਰਦੇ ਆ
ਇਹ ਨਹੀਂ ਹੈਗਾ ਕਿ ਇੱਕ ਪਲਾਨ ਬਣਾ ਲਿਆ ਸਾਰਿਆਂ ਨੂੰ ਸੇਮ ਪਲਾਨ ਜਾ ਰਿਹਾ, ਇਟ ਆਲਵੇਜ਼ ਵੇਰੀਜ਼ ਫਰੋਮ ਪਰਸਨ ਟੂ ਪਰਸਨ। ਓਕੇ ਹਾਂ। ਭਾਜੀ, ਜਿਵੇਂ ਅਸੀਂ ਹੁਣ ਵੀਟ ਦੀ ਗੱਲ ਕਰ ਹੀ ਰਹੇ ਹਾਂ, ਇੱਕ ਹੋਰ ਮਿਥ ਹੈਗੀ ਹੈ ਜਿਹਨੂੰ ਕਹਿੰਦੇ ਕਿ ਵੀ ਤੁਸੀਂ ਚਪਾਤੀ ਨਾ ਖਾਓ, ਹਾਂਜੀ, ਉਹਦੇ ਬਾਰੇ ਦੱਸੋ। ਇਹ ਬਹੁਤ ਇੰਟਰਸਟਿੰਗ ਕੁਐਸਚਨ ਹੈ। ਮੈਂ ਕਿਤੇ ਵੀ ਜਾਵਾਂ, ਕਿਸੇ ਫੰਕਸ਼ਨ ਤੇ ਜਾਵਾਂ ਜਾਂ ਮਾਰਕੀਟ ਜਾਵਾਂ, ਤੇ ਮੈਨੂੰ ਉੱਥੇ ਕੋਈ ਵੀ ਫਰੈਂਡ ਮਿਲਦਾ ਜਾਂ ਕੋਈ ਵੀ ਜਿਹੜਾ ਜਾਣਦਾ ਹੈ ਜਾਂ ਅਨਨੋਨ ਵੀ ਹੈ, ਉਹ ਸਭ ਤੋਂ ਪਹਿਲਾਂ ਇਹੀ ਪੁੱਛਦੇ ਕਿ ਅਸੀਂ ਚਪਾਤੀ ਖਾਣੀ ਹੈਲਦੀ ਹੈ ਜਾਂ ਅਨਹੈਲਦੀ। ਤਾਂ ਇੰਟਰਨੈਟ ਨੇ ਨਾ ਬਹੁਤ ਲੋਕਾਂ 'ਚ ਮਿੱਥ ਵੀ ਲੈ ਕੇ ਆਉਂਦੀ ਹੈ, ਜੇ ਫਾਇਦਾ ਵੀ ਹੈਗਾ। ਜਾਂ ਕੀ ਹੁੰਦਾ ਕਿ ਨਵੇਂ ਡਾਈਟ ਪੈਟਰਨ ਫੋਲੋ ਕੀਤੇ ਜਾ ਰਹੇ ਹੈ, ਜਿਹਦੇ ਵਿੱਚ ਚਪਾਤੀ ਇੱਕ ਇੱਦਾਂ ਦਾ ਫੂਡ ਦਿਖਾਇਆ ਜਾਂਦਾ ਹੈ ਕਿ ਇਹ ਸਭ ਤੋਂ ਜ਼ਿਆਦਾ ਨੁਕਸਾਨ ਵਾਲੀ ਚੀਜ਼ ਹੈ ਆਪਣੇ ਵਾਸਤੇ। ਬਟ ਜਦੋਂ ਵੀ ਅਸੀਂ ਡਾਈਟ ਪਲਾਨ ਕਰਦੇ ਹਾਂ, ਅਸੀਂ ਸਾਰਿਆਂ ਨੂੰ ਇਹ ਰਿਕਮੈਂਡ ਕਰਦੇ ਹਾਂ ਕਿ ਅਸੀਂ ਤਿੰਨੋਂ ਟਾਈਮ ਚਪਾਤੀ ਖਵਾ ਕੇ weight loss ਕਰਾ ਸਕਦੇ ਹਾਂ, ਤਿੰਨੋਂ ਟਾਈਮ ਚਪਾਤੀ ਖਵਾ ਕੇ ਉਹਨਾਂ ਦੇ ਹੈਲਥ ਇਸ਼ੂਜ਼ ਵੀ ਠੀਕ ਕਰ ਸਕਦੇ ਹਾਂ। ਚਪਾਤੀ ਦੇਖੋ, ਆਪਾਂ ਨੇ ਪੂਰਾ ਦਿਨ ਕੰਮ ਕਰਨਾ, ਜਦੋਂ ਕੰਮ ਕਰਨਾ ਤਾਂ ਆਪਾਂ ਨੂੰ એનર્ਜੀ ਦੀ ਵੀ ਲੋੜ ਹੈ। ਜਿਹੜੇ ਪ੍ਰੋਟੀਨਸ ਦਾ ਕੰਮ ਹੈ ਆਪਣੀ ਬਾਡੀ ਨੂੰ ਰਿਪੇਅਰ ਕਰਨਾ, ਬਾਡੀ ਨੂੰ ਸਟਰੈਂਥ ਦੇਣਾ। ਬਟ ਜਿਹੜੇ ਕਾਰਬੋਹਾਈਡਰੇਟਸ ਹੈ ਉਹ ਆਪਣੀ ਬਾਡੀ ਨੂੰ ਫਿਊਲ ਦਿੰਦੇ ਆ। ਇਟ ਕੁਡ ਬੀ ਇਨ ਐਨੀ ਫਾਰਮ। ਬਟ ਅਸੀਂ ਜਦੋਂ ਸਾਡੇ ਕੋਲ ਕੋਈ ਕਲਾਇੰਟ ਆਉਂਦਾ ਹੈ ਤਾਂ ਅਸੀਂ ਉਹਨਾਂ ਨੂੰ ਡਿਨਰ 'ਚ ਵੀ ਚਪਾਤੀ ਦਿੰਦੇ ਹਾਂ, ਲੰਚ 'ਚ ਵੀ ਦੇ ਸਕਦੇ ਹਾਂ, ਅਸੀਂ ਬ੍ਰੇਕਫਾਸਟ 'ਚ ਵੀ ਦੇ ਸਕਦੇ ਹਾਂ। ਤਾਂ ਬਹੁਤ ਜਣਿਆਂ ਦਾ ਲਾਈਫ ਸਟਾਈਲ ਹੀ ਇੱਦਾਂ ਦਾ ਬਣ ਗਿਆ ਕਿ ਉਹਨਾਂ ਦੇ ਮਨ 'ਚ ਜਿਹੜਾ ਡਰ ਹੈ ਚਪਾਤੀ ਵਾਲਾ, ਉਹ ਅਸੀਂ ਬਹੁਤ ਜਣਿਆਂ ਦਾ ਕੱਢ ਚੁੱਕੇ ਹਾਂ। ਬਟ ਭਾਜੀ, ਹੁਣੇ ਤੁਸੀਂ ਕਹਿ ਰਹੇ ਹੋ ਤੇ ਤੁਹਾਨੂੰ ਇਦਾਂ ਹੁੰਦਾ ਹੈ ਕਿ ਵੀ ਤੁਸੀਂ ਕੋਈ ਸੋਸ਼ਲ ਇਵੈਂਟ 'ਚ ਤੁਸੀਂ ਜਾਂਦੇ ਹੋ ਤੇ ਲੋਕ ਤੁਹਾਨੂੰ ਫੜ ਕੇ ਮਤਲਬ ਪੁੱਛਣਾ ਸ਼ੁਰੂ ਕਰ ਦਿੰਦੇ ਆ? ਜਦੋਂ ਮੈਂ ਕਿਸੇ ਸੋਸ਼ਲ ਇਵੈਂਟ ਤੇ ਜਾਣਾ, ਸਭ ਤੋਂ ਪਹਿਲਾਂ ਸਾਰੀ ਮੇਰੀ ਪਲੇਟ ਦੇਖਦੇ ਕਿ ਜੋ ਇਹ ਖਾ ਰਹੇ ਆ ਜਾਂ ਜੋ ਇਹ ਬੋਲਦੇ ਆ ਕਿ ਇਹ ਫੋਲੋ ਕਰਦੇ ਆ ਕਿ ਨਹੀਂ ਕਰਦੇ। ਅੱਛਾ। ਤਾਂ ਸਭ ਤੋਂ ਪਹਿਲਾਂ ਮੇਰੀ ਪਲੇਟ ਨੂੰ ਦੇਖਿਆ ਜਾਂਦਾ, ਤਾਂ ਉੱਥੇ ਜਾ ਕੇ ਬੜਾ ਨਾਰਮਲ ਜਿਹਾ ਖਾਣਾ ਮੈਂ ਖਾਂਦਾ, ਠੀਕ ਹੈ। ਤੇ ਕੁਐਸਚਨ ਉਹੀ ਆ ਜਾਂਦਾ ਹੈ ਕਿ ਆਪਾਂ ਸਾਰੇ ਇਹੀ ਪੁੱਛਦੇ ਹਾਂ ਕਿ ਤੁਸੀਂ ਚਪਾਤੀ ਖਾ ਰਹੇ ਹੋ, ਬਿਕੋਜ਼ ਆਬਵੀਅਸਲੀ ਮੇਰੀ ਪਲੇਟ 'ਚ ਚਪਾਤੀ ਵੀ ਹੁੰਦੀ ਹੈ, ਰਾਈਸ ਵੀ ਹੁੰਦੀ ਹੈ। ਇਜ਼ ਇਟ ਹੈਲਦੀ? ਤਾਂ ਮੈਂ ਉਹਨਾਂ ਨੂੰ ਉੱਥੇ ਕਿਉਂਕਿ ਮੈਨੂੰ ਕੀ ਹੁੰਦਾ ਹੈ ਨਾ, ਜ਼ਰੂਰੀ ਨਹੀਂ ਹੈਗਾ ਕੰਮ ਹੈ, ਤੁਸੀਂ ਡੇਲੀ ਲਾਈਫ 'ਚ ਜਿੰਨੇ ਜਣਿਆਂ ਦੀ ਨੌਲੇਜ ਵਧਾ ਸਕੋ ਜਾਂ ਜਿੰਨੇ ਜਣਿਆਂ ਦੇ ਮਿੱਥ ਦੂਰ ਕਰ ਸਕੋ, ਮੇਰੀ ਕੋਸ਼ਿਸ਼ ਹੁੰਦੀ ਹੈ ਉਹ ਦੂਰ ਕਰਾਂ। ਬਿਕੋਜ਼ ਕੀ ਹੁੰਦਾ ਹੈ ਨਾ, ਇਹ ਕੁਐਸਚਨ ਮੈਨੂੰ ਆਲਮੋਸਟ ਐਵਰੀ ਡੇ ਪਤਾ ਹੀ ਨਹੀਂ ਕਿੰਨੇ ਜਣੇ ਪੁੱਛਦੇ। ਤਾਂ ਹੋਰ ਨਹੀਂ ਕੁਛ ਤਾਂ ਮੈਂ ਰੋਟੀ ਖਾਣ ਤਾਂ ਬਹੁਤ ਜਣੇ ਮੰਗਾਤਾ, ਜਿਹੜੇ ਬਹੁਤ ਸਾਲਾਂ ਤੋਂ ਛੱਡੀ ਬੈਠੇ ਸੀਗੇ। ਸੈਲੀਬ੍ਰਿਟੀਜ਼ ਵਿੱਚ ਇਹ ਪ੍ਰੋਬਲਮ ਸਭ ਤੋਂ ਜ਼ਿਆਦਾ ਆਉਂਦੀ ਹੈ, ਤੇ ਉਹ ਤਾਂ ਬਹੁਤ ਜਣੇ ਤਾਂ ਇੱਦਾਂ ਕਹਿੰਦੇ ਕਿ ਅਸੀਂ 2-2 ਸਾਲ 3-3 ਸਾਲ ਤੋਂ ਨਾ ਚਪਾਤੀ ਖਾਧੀ ਹੈ, ਨਾ ਪਰਾਂਠੇ ਖਾਧੇ ਆ, ਔਰ ਨਾ ਹੀ ਉਹ ਫਿੱਟ ਹੋਏ ਆ, ਠੀਕ ਹੈ। ਜਾਂ ਤਾਂ ਮੈਂ ਉਹਨਾਂ ਨੂੰ ਕਹਿੰਦਾ ਕਿ ਤੁਸੀਂ ਚਪਾਤੀ ਛੱਡਤੀ, ਪਰਾਂਠੇ ਛੱਡਤੇ, ਤੁਸੀਂ ਫਿੱਟ ਹੋ ਗਏ, ਫਿਰ ਠੀਕ ਹੈ। ਬਟ ਅਸੀਂ ਕੀ ਕਰਦੇ ਹਾਂ, ਅਸੀਂ ਸਾਰਾ ਕੁਝ ਖਵਾ ਕੇ ਸਾਰਿਆਂ ਨੂੰ ਫਿੱਟ ਕਰ ਰਹੇ ਹਾਂ। ਭਾਜੀ, ਹੁਣ ਜੇ ਗੱਲ ਹੋਈ ਹੈ ਸੈਲੀਬ੍ਰਿਟੀਜ਼ ਦੇ ਬਾਰੇ, ਤੇ ਥੋੜਾ ਹੁਣ ਦੱਸੋ ਕਿ ਤੁਸੀਂ ਕਿਹੜੇ ਸੈਲੀਬ੍ਰਿਟੀ ਨੂੰ ਹੁਣ ਤੱਕ ਕੋਚ ਜਾਂ ਟ੍ਰੇਨ ਕਰ ਚੁੱਕੇ ਹੋ? ਸੈਲੀਬ੍ਰਿਟੀਜ਼ ਦੀ ਜਦੋਂ ਗੱਲ ਆਉਂਦੀ ਹੈ, ਚਾਹੇ ਪੰਜਾਬੀ ਫਿਲਮ ਇੰਡਸਟਰੀ ਹੋ ਗਈ ਜਾਂ ਮੁੰਬਈ ਹੋ ਗਿਆ, ਬਹੁਤ ਜਣਿਆਂ ਨੂੰ ਮੈਂ ਟ੍ਰੇਨ ਕਰ ਚੁੱਕਿਆ ਹੁਣ ਤੱਕ ਜਾਂ ਕਰ ਰਹੇ ਹਾਂ। ਸਾਰਿਆਂ ਦਾ ਨਾਮ ਤਾਂ ਨਹੀਂ ਮੈਂ ਲੈ ਸਕਦਾ, ਬਟ ਦੇਰ ਆਰ ਫਿਊ ਜਿਨ੍ਹਾਂ ਦੇ ਨਾਮ ਮੈਂ ਲੈ ਸਕਦਾ। ਆਪਣੇ ਜਾਰਡਨ ਸੰਧੂ ਬਾਈ ਹੈਗੇ ਆ, ਠੀਕ ਹੈ, ਜੱਸਾ ਪੱਟੀ ਫੇਮਸ ਰੈਸਲਰ ਹੈਗੇ ਆ, ਉਹਨਾਂ ਦਾ ਨਿਊਟ੍ਰੀਸ਼ਨ ਮੈਂ ਦੇਖਦਾ। ਕੌਰ ਬੀ ਨੂੰ ਮੈਂ ਟ੍ਰੇਨ ਕਰ ਚੁੱਕੇ ਹਾਂ, ਪ੍ਰੇਮ ਢਿੱਲੋਂ ਨੂੰ ਕਰ ਚੁੱਕੇ ਹਾਂ, ਹਨਾ। ਆਪਣੇ ਆਰਜੇ ਚਾਰੂ ਜਿਹੜੇ ਬਹੁਤ ਮਸ਼ਹੂਰ ਹੈ, ਉਹਨਾਂ ਨੂੰ ਟ੍ਰੇਨ ਕਰ ਚੁੱਕੇ ਹਾਂ। ਦੈਨ ਲਿਸਟ ਗੋਜ਼ ਔਨ। ਤੇ ਕਿੱਦਾਂ ਤੁਹਾਡਾ ਐਕਸਪੀਰੀਅੰਸ ਹੁੰਦਾ ਉਹਨਾਂ ਨੂੰ ਟ੍ਰੇਨ ਕਰਕੇ? ਮਤਲਬ ਕਿਆ ਡਿਫਿਕਲਟੀਜ਼ ਜਾਂ ਕੁਝ ਆਂਦੀ ਹੈਗੀ ਜਾਂ ਬਿਲਕੁਲ ਸਮੂਥ ਚੱਲਦਾ ਉਹਨਾਂ ਦੇ ਨਾਲ ਤੁਹਾਡਾ? ਬਾਈ ਗੋਡਸ ਗ੍ਰੇਸ ਹਲੇ ਤੱਕ ਤਾਂ ਮੈਨੂੰ ਕੋਈ ਪ੍ਰੋਬਲਮ ਨਹੀਂ ਆਈ। ਬਿਕੋਜ਼ ਕੀ ਹੁੰਦਾ ਹੈ ਨਾ ਕਿ ਹੁਣ ਜਿੱਦਾਂ ਸੈਲੀਬ੍ਰਿਟੀਜ਼ ਦੀ ਲਾਈਫ ਹੈ, ਠੀਕ ਹੈ, ਉਹਨਾਂ ਦਾ ਜਿਹੜਾ ਉੱਠਣ ਦਾ ਟਾਈਮ ਹੈ ਜਾਂ ਸੌਣ ਦਾ ਟਾਈਮ ਹੈ ਬਹੁਤ ਡਿਫਰੈਂਟ ਹੈ, ਤੇ ਉਹਨਾਂ ਦਾ ਜਿਹੜਾ ਸਕੈਡਿਊਲ ਹੈ ਬਹੁਤ ਹੈਕਟਿਕ ਹੁੰਦਾ ਹੈ। ਤਾਂ ਆਈ ਮੇਕ ਸ਼ੋਰ ਕਿ ਇਟ ਇਜ਼ ਵੈਰੀ ਕਨਵੀਨੀਅੰਟ ਫॉर them ਟੂ ਫੋਲੋ। ਜਿਹੜਾ ਸਾਡਾ ਫਿਟਨੈਸ, ਸਾਡੇ ਜਿਹੜਾ ਡਾਈਟ ਕਲੀਨਿਕ ਦਾ ਮੋਟੋ ਹੈ, ਉਹ ਇਹੀ ਹੈ ਕਿ ਟੂ ਮੇਕ ਸ਼ੋਰ ਕਿ ਜਿਹੜੀ ਫਿਟਨੈਸ ਹੈ ਇਟ ਸ਼ੁੱਡ ਬੀ ਵੈਰੀ ਸਮੂਥ, ਕਿ ਕਿਸੇ ਨੂੰ ਫੋਲੋ ਕਰਨ 'ਚ ਕੋਈ ਪ੍ਰੋਬਲਮ ਹੀ ਨਾ ਆਏ। ਤਾਂ ਹੀ ਸਾਡਾ ਵਰਡ ਆਫ ਮਾਊਥ ਬਹੁਤ ਸਟਰੋਂਗ ਹੈ। ਸਾਨੂੰ ਕੋਈ ਐਡਵਰਟੀਜ਼ਮੈਂਟ ਨਹੀਂ ਕਰਨੀ ਪੈਂਦੀ, ਸਾਨੂੰ ਕੋਈ ਖਾਸ ਪ੍ਰਮੋਸ਼ਨ ਨਹੀਂ ਕਰਨੀ ਪੈਂਦੀ, ਬਟ ਸਟਿਲ ਵੀ ਆਰ ਗੈਟਿੰਗ ਨੰਬਰ ਆਫ ਕਲਾਇੰਟਸ just because of this thing. So at present, how many clients do you have? This is quite confidential, but transformations ਦੀ ਗੱਲ ਕਰੀਏ ਤਾਂ more than 1000 transformations ਮੈਂ ਹੁਣ ਤੱਕ ਕਰ ਚੁੱਕਿਆ। ਤੇ ਇਹ ਜਿਹੜੀਆਂ transformations ਹੈ, ਇਹ ਸਿਰਫ weight loss ਦੀਆਂ ਨਹੀਂ ਹੈਗੀਆਂ,
ਇਹਨਾਂ 'ਚੋਂ ਜਿਹੜੀਆਂ ਮੈਕਸਿਮਮ ਨੰਬਰ ਆਫ ਟਰਾਂਸਫੋਰਮੇਸ਼ਨਸ ਆ ਉਹ ਹੈਲਥ ਇਸ਼ੂਜ਼ ਦੀਆਂ। weight loss weight gain ਸਾਡੇ ਵਾਸਤੇ ਬਹੁਤ ਵੱਡੀ ਗੱਲ ਨਹੀਂ ਹੈਗੀ। ਸਾਡੇ ਵਾਸਤੇ ਹੁਣ ਜਿਹੜੀ ਇੰਪੋਰਟੈਂਟ ਚੀਜ਼ ਹੈ ਕਿ ਹੈਲਥ, ਕਿ ਜਿੰਨੇ ਵੱਧ ਤੋਂ ਵੱਧ ਲੋਕਾਂ ਦੀ ਹੈਲਥ ਇੰਪਰੂਵ ਕਰ ਸਕੀਏ, ਉਹ ਚੀਜ਼ ਤੇ ਅਸੀਂ ਫੋਕਸ ਕਰ ਰਹੇ ਹਾਂ। ਸੇ ਆਊਟ ਆਫ 1000 ਕਿੰਨੇ ਪਰਸੈਂਟ ਜਿਹੜੇ ਹੈਗੇ weight loss ਤੇ ਉਹ ਕੈਟਾਗਰੀ 'ਚ ਆਉਂਦੇ ਆ ਤੇ ਕਿੰਨੇ ਪਰਸੈਂਟ ਉਹ ਆਉਂਦੇ ਜਿਹੜੇ ਹੋਲਸਮ ਨਿਊਟ੍ਰੀਸ਼ਨ ਜਿਹੜਾ ਮੰਗਦੇ? ਦੇਖੋ weight loss ਤਾਂ ਆਲਮੋਸਟ ਸਾਰਿਆਂ ਨੂੰ ਲੋੜ ਪੈਂਦੀ ਹੈ, ਹਾਂਜੀ, ਠੀਕ ਹੈ, ਬਟ ਆਲਮੋਸਟ 60 to 70% ਆਫ them have one or the other health issue। weight loss ਤਾਂ ਸਾਰਿਆਂ ਦਾ ਹੋ ਜਾਂਦਾ, ਬਟ ਕੀ ਹੁੰਦਾ ਹੁਣ ਜੇ ਆਪਾਂ ਘਰੇ ਕੋਈ ਡਾਈਟ ਪੈਟਰਨ ਫੋਲੋ ਕਰੀਏ ਜਾਂ ਕਿਸੇ XYZ ਡਾਈਟੀਸ਼ੀਅਨ ਦਾ ਡਾਈਟ ਪੈਟਰਨ ਫੋਲੋ ਕਰੀਏ ਤਾਂ ਸਾਨੂੰ ਜਿਹੜੀਆਂ ਕੰਪਲੇਂਟਸ ਆਉਂਦੀਆਂ ਉਹ ਲੋਕੀ ਇੱਦਾਂ ਦੱਸਦੇ ਆ ਕਿ ਸਾਡਾ ਹੇਅਰ ਫਾਲ ਸ਼ੁਰੂ ਹੋ ਗਿਆ, ਸਾਡੀ ਸਕਿਨ ਡਲ ਹੋ ਗਈ, ਸੈਗੀ ਹੋ ਗਈ, ਜਾਂ ਡਾਈਜੈਸ਼ਨ ਦਾ ਇਸ਼ੂ ਬਹੁਤ ਵੱਡਾ ਆਉਂਦਾ। ਹਾਂਜੀ, ਬਟ ਜਦੋਂ ਕੋਈ ਕਲਾਇੰਟ ਸਾਡੇ ਕੋਲੇ ਆਉਂਦਾ, ਉਹਨਾਂ ਦੀ ਸਕਿਨ ਵੀ ਇੰਪਰੂਵ ਹੁੰਦੀ ਹੈ, ਹੇਅਰ ਹੈਲਥ ਵੀ ਇੰਪਰੂਵ ਹੁੰਦੀ ਹੈ, એનર્ਜੀ ਲੈਵਲ ਵੀ ਇੰਪਰੂਵ ਹੁੰਦੀ ਹੈ, ਤੇ ਨਾਲ ਨਾਲ ਜਿਹੜਾ ਸਭ ਤੋਂ ਵੱਡਾ ਇੰਪੈਕਟ ਪੈਂਦਾ ਉਹ weight ਤੇ ਪੈਂਦਾ। ਭਾਜੀ ਹੁਣ ਇੱਕ ਪ੍ਰੋਬਲਮ ਤੇ ਤੁਹਾਨੂੰ ਦੱਸਣੀ ਪੈਣੀ ਹੈ ਜਿਹੜੀ ਤੁਸੀਂ ਫੇਸ ਕਰਦੇ ਹੋ ਸੈਲੀਬ੍ਰਿਟੀਜ਼ ਦੇ ਨਾਲ। ਕੋਈ ਵੀ ਇੱਕ ਪ੍ਰੋਬਲਮ ਜੇ ਤੁਹਾਨੂੰ ਲੱਗਦਾ ਹੈ ਕਿ ਵੀ ਤੁਸੀਂ ਸ਼ੇਅਰ ਕਰ ਸਕਦੇ ਹੋ? ਜਿਹੜੀ ਸਭ ਤੋਂ ਵੱਡੀ ਪ੍ਰੋਬਲਮ ਆਉਂਦੀ ਹੈ ਉਹ ਟਾਈਮਲੀ ਅਪਡੇਟ ਨਹੀਂ ਕਰਦੇ। ਸਾਡਾ ਕੀ ਹੁੰਦਾ, ਐਵਰੀ 10 to 12 days ਪਰਸਨ ਨੀਡਸ ਟੂ ਅਪਡੇਟ ਅਸ। ਉਹਨਾਂ ਦਾ ਉਹ ਅਪਡੇਟ ਟਾਈਮਲੀ ਨਹੀਂ ਆਉਂਦਾ, ਬਾਕੀ ਹੋਰ ਕੋਈ ਸਾਨੂੰ ਪ੍ਰੋਬਲਮ ਨਹੀਂ ਆਉਂਦੀ ਉਹਦੇ ਵਿੱਚ। ਬਟ ਉਦਾਂ ਉਹ ਫੋਲੋ ਕਰਦੇ ਹੈਗੇ ਜਿਹੜਾ ਫੋਲੋ ਕਰ ਤੁਸੀਂ ਇਨਸਟਰਕਟ ਕਰਦੇ ਹੋ ਜਿੱਦਾਂ? ਹਾਂਜੀ, ਅੱਛਾ, ਤੇ ਫੋਲੋ ਕਰ ਲੈਂਦੇ ਬਟ ਟਾਈਮਲੀ ਅਪਡੇਟ ਨਹੀਂ ਤੁਹਾਨੂੰ ਕਰ ਪਾਉਂਦੇ? ਟਾਈਮਲੀ ਅਪਡੇਟ ਬਿਕੋਜ਼ ਉਹਨਾਂ ਦਾ ਸਕੇਡਿਊਲ ਹੈਕਟਿਕ ਹੁੰਦਾ ਹੈ, ਸਮਟਾਈਮਸ ਦੇ ਆਰ ਟਰੈਵਲਿੰਗ, ਹੈ ਨਾ, ਜਾਂ ਉਹਨਾਂ ਦਾ ਸ਼ੂਟ ਚੱਲ ਰਿਹਾ ਤਾਂ ਉਹਨਾਂ ਨੂੰ ਰਿਪਲਾਈ ਕਰਨ ਦਾ ਟਾਈਮ ਨਹੀਂ ਮਿਲਦਾ, ਉਹ ਥੋੜਾ ਜਿਹਾ ਲੇਟ ਹੁੰਦਾ। ਬਟ ਅਸੀਂ ਉਹ ਸਾਰੇ ਪੈਰਾਮੀਟਰਸ ਕੰਸੀਡਰ ਕਰਕੇ ਉਹਨਾਂ ਨੂੰ ਫੋਲੋ ਕਰਵਾ ਲੈਂਦੇ ਹਾਂ ਔਖਾ ਸੌਖਾ ਹੋ ਕੇ। ਓਕੇ, ਤੇ ਭਾਜੀ ਥੋੜਾ ਤੁਹਾਡੇ ਘਰ ਦੇ ਬਾਰੇ ਗੱਲ ਕਰਦੇ ਹਾਂ। ਕੌਣ ਹੈਗਾ ਤੁਹਾਡੇ ਘਰ 'ਚ? ਮੇਰੀ ਫੈਮਿਲੀ ਵਿੱਚ ਮੇਰੇ ਪੇਰੈਂਟਸ ਹੈਗੇ ਆ, ਠੀਕ ਹੈ, ਫਿਰ ਆਈ ਹੈਵ ਅ ਸਨ ਹੂ ਇਜ਼ 1 year old, ਆਈ ਹੈਵ ਅ ਡਾਟਰ ਹੂ ਇਜ਼ 5 years old, ਤੇ ਮੇਰੇ ਵਾਈਫ ਹੈਗੇ ਆ, ਤੇ ਮੇਰੇ ਸਿਸਟਰ ਹੈਗੇ ਆ, ਉਹ ਮੈਰਿਡ ਹੈ। ਤੇ ਤੁਹਾਡੇ ਫਾਦਰ ਨੇ ਕੰਮ ਕਰਦੇ ਆ, ਬਿਜ਼ਨਸ ਤੁਸੀਂ ਕਹਿ ਰਹੇ ਸੀ ਉਹਨਾਂ ਦਾ? ਹਾਂਜੀ, ਮਾਈ ਫਾਦਰ ਇਜ਼ ਇਨਟੂ ਰੀਅਲ ਏਸਟੇਟ ਐਂਡ ਕੇਬਲ ਨੈਟਵਰਕਿੰਗ ਬਿਜ਼ਨਸ। ਓਕੇ, ਇਨ ਚੰਡੀਗੜ੍ਹ? ਮੋਹਾਲੀ ਕਹਿ ਸਕਦੇ ਹੋ, ਤੇ ਬਾਕੀ ਜਿਹੜਾ ਸਾਡਾ ਕੰਮ ਹੈਗਾ ਸੀ, ਮੈਂ ਚਮਕੌਰ ਸਾਹਿਬ ਨੂੰ ਬਿਲੋਂਗ ਕਰਦਾ। ਅੱਛਾ, ਤੇ ਉਹ ਮੇਰਾ ਐਂਸੈਸਟਰ ਵਿਲੇਜ ਹੈਗਾ, ਤੇ ਸਾਡਾ ਕਾਫੀ ਕੰਮ ਹੈ ਜਿਹੜਾ ਚਮਕੌਰ ਸਾਹਿਬ ਹੈਗਾ, ਉੱਥੇ ਸਾਡਾ ਫਾਈਨਾਂਸ ਦਾ ਵੀ ਕੰਮ ਹੈਗਾ। ਅੱਛਾ, ਹਾਂਜੀ।